कल बजट आ जाना है, पर हाले तक 4 दिन हो गए पंजाब का कोई मुद्दा का डिस्कस नहीं होया। क्यों सियासतदान ये भुल जाता है कि जदों भी बजट सैशन चाहे वह विरोधी धिर है चाहे वह सत्ता धिर है, या तो वह वाकआउट दे विच रह जाते हैं, तो पंजाब के मुद्दे कौन एड्रैस करे? पंजाब के मुद्दे तो 20-25 सालों के ਜਿਹੜੇ ਆ ਉਹ ਸਾਈਡ ਦੇ ਉੱਤੇ ਹਾਸ਼ੀਏ ਦੇ ਉੱਤੇ ਪਏ ਹੋਏ ਆ। ਬਹੁਤ ਸਾਰੇ ਕਤਲ ਹੋਏ ਆ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਸੀ ਜਿਹੜਾ ਮਿਸਟਰ ਸੂਰੀ, ਉਹਦਾ ਕਤਲ ਹੋਇਆ ਸੀ। ਤੇ ਉਸ ਤੋਂ ਬਾਅਦ ਕੋਟਕਪੂਰੇ ਦੇ ਵਿੱਚ ਪ੍ਰੇਮੀ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ ਹੋਲੇ ਮਹੱਲੇ ਦੇ ਉੱਤੇ ਕੱਲ੍ਹ ਪਰਸੋਂ ਹੀ ਇੱਕ ਜਿਹੜਾ ਹੈਗਾ ਕਤਲ ਹੋਇਆ। ਉਹ ਜਿਹੜੀ ਇਨ ਜਨਰਲ ਲਾ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਪੰਜਾਬ ਦੇ ਵਿੱਚ, ਉਹ ਉਨੀ ਮਤਲਬ ਸੈਟਿਸਫੈਕਟਰੀ ਅਤੇ ਸੰਤੋਖਜਨਕ ਨਹੀਂ ਹੈ, ਜਿਸ ਕਾਰਨ ਜਿਹੜੀ ਹੈ ਉਹ ਆਪੋਜੀਸ਼ਨ ਨੇ रूलिंग पार्टी ਨੂੰ ਜਿਹੜਾ ਹੈ ਇਸ ਵਾਰ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਲਾ ਐਂਡ ਆਰਡਰ ਮਸਲੇ ਦੇ ਉੱਤੇ ਘੇਰਿਆ ਹੋਇਆ। ਨੀਥੀਅਰ ਨੇ ਰਿਕਾਰਡ ਪੇਸ਼ ਕਰ ਦਿੱਤਾ ਪਿਛਲੇ 12 ਸਾਲਾਂ ਦਾ, ਤੇ ਉਹਨਾਂ ਨੇ ਤਾਂ ਕਿਹਾ ਵੀ ਉਸ ਦੇ ਕੰਪੈਰੇਟਿਵਲੀ ਅਸੀਂ ਤਾਂ ਦੂਜੀ ਸਭ ਤੋਂ ਘੱਟ ਹਾਲੇ ਤੱਕ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਅਪਰਾਧ ਨੂੰ ਲੈ ਕੇ ਉਹਨਾਂ ਦੇ ਡਾਟੇ ਅਲੱਗ ਹੁੰਦੇ ਨੇ, ਤਸਵੀਰਾਂ ਕੁਝ ਹੋਰ ਦਿਖਾਉਂਦੀਆਂ। 22 ਦੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਸੀ ਕਿਹਾ ਕਿ ਸਾਡੇ ਵੇਲੇ ਜਿਹੜਾ ਹੈ ਇਹ ਡਾਟਾ ਰੈਲੇਟਿਵਲੀ ਲੈਸ ਹੋਏਗਾ। ਉਹਨਾਂ ਨੇ ਬਦਲਾਵ ਦੀ ਸਰਕਾਰ ਦੀ ਗੱਲ ਕੀਤੀ ਸੀ। ਜੇਕਰ ਉਸ ਸਮੇਂ ਇਹ ਦੁਰਘਟਨਾਵਾਂ ਹੋ ਰਹੀਆਂ ਸੀ ਤਦੇ ਲੋਕਾਂ ਨੇ ਆਪ ਸਰਕਾਰ ਲੈ ਕੇ ਆਈਆਂ। ਹੁਣ ਅਸੀਂ ਉਸ ਨੂੰ ਕੰਪੈਰੀਜ਼ਨ ਦੇ ਵਿੱਚ ਲਿਜਾ ਕੇ ਆਪਣੀ ਜਸਟੀਫਿਕੇਸ਼ਨ ਬਣਾ ਲਈਏ, ਉਹ ਜਸਟੀਫਿਕੇਸ਼ਨ ਬਣਨੀ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਅੱਗੇ। 92 ਸੀਟਾਂ ਪੰਜਾਬ ਦੇ ਵਿੱਚ ਕਦੇ ਆਈਆਂ ਨਹੀਂ ਹੈ, ਤੇ ਇਹ ਮੈਂਡੇਟ ਜਿਹੜਾ ਲੋਕਾਂ ਨੇ ਦਿੱਤਾ ਉਸ ਨੂੰ ਵੀ ਜਿਹੜਾ ਹੈ ਧਿਆਨ ਦੇ ਵਿੱਚ ਆਪ ਦੀ ਸਰਕਾਰ ਨੂੰ ਰੱਖਣਾ ਪਏਗਾ। ਤੇ ਅੰਕੜੇ ਪੇਸ਼ ਕਰਨ ਲੱਗਿਆ ਇਹ ਵੀ ਦੇਖਣਾ ਪਏਗਾ ਕਿ ਕਿੰਨੇ ਸੁਪਨੇ ਸੰਜੋਏ ਹੋਏ ਨੇ ਪੰਜਾਬ ਦੇ ਲੋਕਾਂ ਦੇ। ਇਹ ਜਸਟੀਫਿਕੇਸ਼ਨ ਉਹਨਾਂ ਦੇ ਹਜ਼ਮ ਨਹੀਂ। ਹਰ ਵਾਰ ਇਹੀ ਹੁੰਦਾ ਹੈ, ਸਰਕਾਰਾਂ ਹੁਣ ਵੀ ਸੈਸ਼ਨ ਦੇ ਵਿੱਚ ਮੇਨੋ ਮੇਨੀ ਦੇ ਵਿੱਚ ਹੀ ਸਾਰੇ ਸੈਸ਼ਨ ਪਾ ਦਿੰਦੇ ਜਾਂਦੇ ਨੇ, ਮੇਨੋ ਮੇਨੀ 'ਚ ਹੀ ਰਹਿ ਜਾਂਦਾ, ਕਿਉਂਕਿ ਵਾਰ-ਵਾਰ ਕਿਉਂਕਿ ਦਾਗਦਾਰ ਸਾਰੇ ਹੀ ਨੇ। ਦਾਗਦਾਰ ਵਿਰੋਧੀ ਜਿਹੜੇ ਬੈਠੇ ਹੁੰਦੇ ਆ ਵਾਕਈ ਉਹ ਦਾਗਦਾਰ ਹੁੰਦੇ ਨੇ, ਕਿਉਂਕਿ ਜਦੋਂ ਸਵਾਲ ਜੇ ਖੜੇ ਹੁੰਦੇ, ਮੈਂ ਵੀ ਇਹ ਕਹਿਣਾ ਕਿ ਫਿਰ ਉਹ ਇੱਧਰਲੇ ਪਾਸੇ ਨਾ ਬੈਠੇ ਹੁੰਦੇ, ਜੇ ਉਹਨਾਂ ਨੂੰ ਜਿਤਾਉਣਾ ਹੁੰਦਾ ਬਿਲਕੁਲ ਜਿੱਤ ਕੇ ਬੈਠੇ ਹੁੰਦੇ। ਤਾਂ ਜੇ ਵਾਕਈ ਲੋਕਾਂ ਨੇ ਬਦਲਾਵ ਲਿਆ ਤਾਂ ਮੌਜੂਦਾ ਸਰਕਾਰ ਕਿਉਂ ਨਹੀਂ ਉਸ ਚੀਜ਼ ਨੂੰ ਸਮਝ ਰਹੀ? ਕਈ ਤਰ੍ਹਾਂ ਦੀਆਂ ਜਿਹੜੀਆਂ ਫ੍ਰੈਕਚਰਡ ਰਿਐਲਿਟੀਜ਼ ਨੇ, ਜਿਹੜੀ ਪੋਲੀਟੀਕਲ ਰਿਐਲਿਟੀ ਜਿਹੜੀ ਆਪ ਸਰਕਾਰ ਫੇਸ ਕਰ ਰਹੀ ਹੈ। ਇੱਕ ਤਾਂ ਇਹ ਫੇਸ ਕਰ ਰਹੀ ਹੈ ਕਿ ਜੋ ਕੇਂਦਰ ਦਾ ਇਹਨਾਂ ਦਾ ਹਾਈ ਕਮਾਂਡ ਆ, ਉਹਨਾਂ ਦਾ ਜੋ ਦ੍ਰਿਸ਼ਟੀਕੋਣ ਆ, ਤੇ ਜੋ ਪੰਜਾਬ ਦੇ ਵਿੱਚ ਸਰਕਾਰ ਆ ਉਹਦਾ ਜਿਹੜਾ ਦ੍ਰਿਸ਼ਟੀਕੋਣ ਆ, ਕਈ ਵਾਰੀ ਉਹਦੇ ਵਿੱਚ ਹਿਡਨ ਲੈਵਲ ਦੇ ਉੱਤੇ ਇਕਸੁਰਤਾ ਨਹੀਂ ਹੁੰਦੀ। ਇੱਕ ਤਾਂ ਆਪਾਂ ਇਹ ਕਹਿ ਰਹੇ ਸੀਗੇ ਕਿ ਇੰਨਾ ਜਿਹੜਾ ਹੈ ਚਾਮ ਜਿਹੜਾ ਹੈ 100 ਜਿਹੜੇ ਹੈ ਸਿਕਿਉਰਿਟੀ ਗਾਰਡਸ, ਜੈਟ ਔਰ ਹੈਲੀਕਾਪਟਰਸ ਔਰ ਸਿਕਿਉਰਿਟੀ ਅਰੇਂਜਮੈਂਟਸ, ਦਿਸ ਦੈਟ ਪੁਰਾਣੀਆਂ ਸਰਕਾਰਾਂ ਦਾ ਖਰਚਾ ਹੁੰਦਾ ਸੀ। ਤਾਂ ਇਹ ਅਸੀਂ ਸਾਰੇ ਹੁਣ ਵੀ ਦੇਖ ਰਹੇ ਹਾਂ ਕਿ ਉਸੇ ਪ੍ਰਕਾਰ ਦੇ ਖਰਚੇ ਇਸ ਸਰਕਾਰ ਦੇ ਵੀ। ਤਾਂ ਬਦਲਾਅ ਜਿਹੜਾ ਅਸੀਂ ਲੋਕਾਂ ਦੇ ਨਾਲ ਜਿਹੜਾ ਇੱਕ ਪ੍ਰੋਮਿਸ ਕੀਤਾ ਸੀ, ਉਹ ਪ੍ਰੋਮਿਸ ਜਿਹੜਾ ਹੈਗਾ ਉਹ ਹੁਣ ਥੋੜ੍ਹਾ ਫਿਸਲਦਾ ਨਜ਼ਰ ਆ ਰਿਹਾ। ਅੱਜ ਜਿਸ ਤਰੀਕੇ ਨਾਲ ਮੀਡੀਆ ਸਲਾਹਕਾਰ ਨੂੰ ਲੈ ਕੇ ਜਿਵੇਂ ਨਿਸ਼ਾਨੇ ਸਾਧੇ ਗਏ ਕਿ ਭਗਵੰਤ ਮਾਨ ਜੀ ਦੇ ਜਿਹੜੇ ਮੀਡੀਆ ਸਲਾਹਕਾਰ ਨੇ, ਕਿਉਂਕਿ ਸਿੱਧੂ ਮੂਸੇਵਾਲੇ ਦੇ ਉਹਦਾ ਨਾਮ ਲੈ ਰਹੇ ਨੇ, ਉਹ ਐਲੀਗੇਸ਼ਨ ਕਿਸੇ ਦੇ ਉੱਤੇ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ ਆਪਾਂ, ਜਿਹਦੇ ਤੇ ਮਰਜ਼ੀ ਲਗਾ ਦਈਏ। ਤਾਂ ਇਸ ਐਲੀਗੇਸ਼ਨ ਦੇ ਵਿੱਚ ਇੱਕ ਗੱਲ ਤਾਂ ਇਹ ਜ਼ਰੂਰ ਹੋ ਸਕਦੀ ਹੈ ਕਿ ਮੀਡੀਆ ਐਡਵਾਈਜ਼ਰ ਨੇ ਸ਼ਾਇਦ ਉਹਦੀ ਮੈਚੋਰਿਟੀ ਦੇ ਨਾਲ ਨਹੀਂ ਸੋਚਿਆ, ਤੇ ਉਹਨਾਂ ਦੇ ਕੋਲੋਂ ਇੱਕ ਇਨਐਡਵਰਟੈਂਟਲੀ ਮਿਸਟੇਕ ਹੋ ਗਿਆ, ਜਿਸ ਦਾ ਫਾਇਦਾ ਜਿਹੜਾ ਸੀ ਉਹ ਐਗਜ਼ੀਕਿਊਟਰਸ ਨੇ ਚੱਕ ਲਿਆ। ਫਰੀਦਕੋਟ ਦੇ ਵਿੱਚ ਸੁਖਬੀਰ ਬਾਦਲ ਜੀ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੈ। 14 ਮਾਰਚ ਨੂੰ ਉਸ 'ਤੇ ਸੁਣਵਾਈ। ਇਸ ਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਜਿਸ ਦਿਨ ਪੇਸ਼ ਹੋਣਾ ਹੈ ਉਹਨਾਂ ਨੂੰ ਖਦਸ਼ਾ ਲੱਗ ਰਿਹਾ ਸੀ ਕਿਤੇ ਗ੍ਰਿਫਤਾਰੀ ਹੋ ਸਕਦੀ ਹੈ? ਹੋ ਸਕਦੀ ਹੈ ਜੀ, ਅਗਰ ਸਰਕਾਰ ਚਾਹੇ 307 ਦਾ ਕੇਸ ਰਜਿਸਟਰ ਕੀਤਾ ਹੋਇਆ ਤੇ ਉਹਦੇ ਵਿੱਚ ਬਿਲਕੁਲ ਗ੍ਰਿਫਤਾਰੀ ਹੋ ਸਕਦੀ ਹੈ। ਇੱਥੇ SIT ਦੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਹੈ। ਸਰਕਾਰ ਚਾਹੇ ਨਾ ਚਾਹੇ ਦਾ ਮਤਲਬ ਇਹਦਾ ਮਤਲਬ ਇਹ ਵੀ ਸਰਕਾਰ ਦੇ ਹੱਥ ਹੋਊਗਾ। ਸਰਕਾਰ ਤਾਂ ਇਹ ਕਹੇਗੀ ਜੀ ਦੇਖੋ ਲਾ ਆਪਣੇ ਹਿਸਾਬ ਦੇ ਨਾਲ ਚੱਲਦਾ, ਅਸੀਂ ਤਾਂ ਇਹਦੇ ਵਿੱਚ ਇੰਟਰਫੀਅਰ ਨਹੀਂ ਕਰਦੇ। ਉਹਨਾਂ ਦੇ ਕੋਲੇ ਤਾਂ ਇੱਕ ਰੈਡੀਮੇਡ ਸਟੇਟਮੈਂਟ ਆ ਹਰ ਸਰਕਾਰ ਦੇ ਕੋਲੇ। ਜੇ ਕਾਂਗਰਸ ਵਾਲੇ ਸੀ ਉਹ ਵੀ ਇਹੀ ਕਹਿੰਦੇ ਸੀ, ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ ਸੀ ਉਹ ਵੀ ਇਹੀ ਕਹਿੰਦੇ ਸੀ, ਇਹ ਵੀ ਇਹੀ ਕਹਿਣਗੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ CBI ਕਾਰਵਾਈ ਕਰਦੀ ਹੈ ਸ਼ਰਾਬ ਘੁਟਾਲੇ। ਮਨੀਸ਼ ਸਿਸੋਦੀਆ ਵੀ ਅੰਦਰ ਚਲੇ ਜਾਂਦੇ ਨੇ, ਜੈਨ ਪਹਿਲਾਂ ਹੀ ਜਾ ਚੁੱਕੇ ਨੇ। ਇਹ ਸਾਰਾ ਉੱਥੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਂਦਰ ਸਰਕਾਰ CBI ਦੀ ਦੁਰਵਰਤੋਂ ਕਰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੀ ਪੰਜਾਬ 'ਚ ਹੈ। ਇੱਥੇ ਪੰਜਾਬ 'ਚ ਜੇ ਇਹ ਰੌਲਾ ਪਾਉਂਦੇ ਨੇ ਕਿ ਵਿਜੀਲੈਂਸ ਦੀ ਦੁਰਵਰਤੋਂ ਹੁੰਦੀ ਹੈ, ਉੱਥੇ ਕਹਿੰਦੇ ਨਹੀਂ ਜੀ ਵਿਜੀਲੈਂਸ ਤਾਂ ਫ੍ਰੀ ਹੈਂਡ ਦੇ ਰੱਖਿਆ। ਇਹ ਸਿਆਸਤਦਾਨ ਡਬਲ ਕਿਉਂ ਖੇਡਦੇ ਨੇ? ਇਹ ਦੋਨੇ ਗੱਲਾਂ ਸੱਚ ਨੇ। ਇਹ CBI ਜਿਹੜੀ ਹੈਗੀ ਆ ਉਹ ਸੈਂਟਰਲ ਗਵਰਨਮੈਂਟ ਦਾ ਜਿਹਨੂੰ ਕਹਿੰਦੇ ਆ ਪੈਰਾਟਾਈਨ ਕੇਜ, ਇੱਕ ਤੋਤਾ ਹੈਗਾ ਜਿਹੜਾ
ਜਿਹੜਾ ਸੈਂਟਰ ਗਵਰਨਮੈਂਟ ਦੇ ਪਿੰਜਰੇ ਦੇ ਵਿੱਚ ਬੈਠਾ ਹੋਇਆ। ਇਸੇ ਤਰੀਕੇ ਨਾਲ ਇਕੱਲਾ ਪੰਜਾਬ ਵਿੱਚ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਵਿਜੀਲੈਂਸ ਨੇ, ਸਟੇਟ ਵਿਜੀਲੈਂਸ, ਉਹ ਸਟੇਟ ਗਵਰਨਮੈਂਟਸ ਦੇ ਅੰਡਰ ਨੇ। ਸਤਿ ਸ੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਦਾ ਵੇ। ਬਜਟ ਸੈਸ਼ਨ ਦੇ ਚੌਥੇ ਦਿਨ ਵੀ ਪੰਜਾਬ ਵਿਧਾਨ ਸਭਾ 'ਚ ਕਾਰਵਾਈ ਹੰਗਾਮੇਦਾਰ ਰਹੀ। ਰੌਲਾ ਵੀ ਪਿਆ, ਆਰੋਪ ਵੀ ਲੱਗੇ ਤੇ ਫਿਰ ਇੱਕ ਵਾਰ ਦੁਬਾਰਾ ਕਾਂਗਰਸੀਆਂ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਘੇਰੀ ਵੀ। ਸਿੱਧੂ ਮੂਸੇਵਾਲੇ ਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਮਾਪਿਓ ਵਿਧਾਨ ਸਭਾ ਦੇ ਬਾਹਰ ਪਰਸੋਂ ਧਰਨਾ ਲਾ ਕੇ ਬਹਿ ਗਏ ਸੀ। ਉਸ ਨੂੰ ਲੈ ਕੇ ਅੱਜ ਸਿਆਸਤ ਗਰਮਾਈ ਗਈ। ਇਸ ਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਸੁਖਬੀਰ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਗਰਿਮ ਜ਼ਮਾਨਤ ਵਾਸਤੇ ਫਰੀਦਕੋਟ ਦੇ ਵਿੱਚ ਅੱਜ ਅਰਜੀ ਦਾਇਰ ਕੀਤੀ ਹੈ ਤੇ ਉਹਨਾਂ ਦਾ ਭਵਿੱਖ ਕਿਵੇਂ ਹੋਏਗਾ ਇਹ ਤਾਂ ਵਾਲਾ ਸਮਾਂ ਦੱਸੇਗਾ। ਇਸੇ ਤੇ ਵੀ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜਗਮੋਹਨ ਸਿੰਘ ਜੀ। ਧੰਨਵਾਦ ਸਰ। ਸਰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਆਪਾਂ ਬਜਟ ਸੈਸ਼ਨ ਤੋਂ ਸ਼ੁਰੂ ਕਰਦੇ ਹਾਂ। ਕੱਲ ਬਜਟ ਆ ਜਾਣਾ ਹੈ ਪਰ ਹਾਲੇ ਤੱਕ 4 ਦਿਨ ਹੋ ਗਏ, ਪੰਜਾਬ ਦਾ ਕੋਈ ਮੁੱਦਾ ਦਾ ਡਿਸਕਸ ਨਹੀਂ ਹੋਇਆ। ਇਹ ਰੋਲੇ ਰੱਪੇ ਇਹਨਾਂ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਟੱਪੀ ਜਾ ਰਹੀਆਂ। ਕਿਉਂ ਸਿਆਸਤਦਾਨ ਇਹ ਭੁੱਲ ਜਾਂਦਾ ਹੈ ਕਿ ਜਦੋਂ ਵੀ ਬਜਟ ਸੈਸ਼ਨ, ਚਾਹੇ ਉਹ ਵਿਰੋਧੀ ਧਿਰ ਹੈ ਚਾਹੇ ਉਹ ਸੱਤਾ ਧਿਰ ਹੈ, ਜਾਂ ਤਾਂ ਉਹ ਵਾਕਆਊਟ ਦੇ ਵਿੱਚ ਰਹਿ ਜਾਂਦੇ ਨੇ ਤੇ ਪੰਜਾਬ ਦੇ ਮੁੱਦੇ ਕੌਣ ਐਡਰੈਸ ਕਰੇਗਾ? ਜੀ ਦੇਖੋ ਸੁਰਿੰਦਰ ਸਿੰਘ ਜੀ, ਪੰਜਾਬ ਦੇ ਮੁੱਦੇ ਤਾਂ 20-25 ਸਾਲਾਂ ਦੇ ਜਿਹੜੇ ਆ ਉਹ ਸਾਈਡ ਦੇ ਉੱਤੇ, ਹਾਸ਼ੀਏ ਦੇ ਉੱਤੇ ਪਏ ਹੋਏ ਆ। ਲੇਕਿਨ ਜੇ ਆਪਾਂ ਇਸ ਨੂੰ ਥੋੜਾ ਜਿਹਾ ਗਹਿਰਾਈ ਦੇ ਨਾਲ ਦੇਖੀਏ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਸੀ, ਉਸ ਸਬੰਧ ਦੇ ਵਿੱਚ ਜਿਹੜਾ ਅੱਜ ਮੁੱਦਾ ਗਰਮਾਇਆ, ਬ੍ਰੌਡਲੀ ਇਹ ਮੁੱਦਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਦਾ ਮੁੱਦਾ ਹੈਗਾ, ਜਿਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪ੍ਰਸੰਗ ਦੇ ਵਿੱਚ ਗੱਲ ਹੋਈ ਹੈ। ਮੈਂ ਕਹਿ ਰਿਹਾ ਕਿ ਇਸ ਦੇ ਨਾਲ ਜੇ ਕੁਝ ਉਹ ਬੜਾ ਪ੍ਰੋਮੀਨੈਂਟ ਕੇਸ ਸੀ, ਇਸ ਕਰਕੇ ਉਹਦੇ ਰੈਫਰੈਂਸ ਦੇ ਵਿੱਚ ਗੱਲ ਵਿਧਾਨ ਸਭਾ ਦੇ ਵਿੱਚ ਹੋਈ। ਜਾਨ ਜਿਹੜੀ ਹੈਗੀ ਆ ਉਹ ਕਿਸੇ ਵੀ ਵਿਅਕਤੀ ਦੀ ਹੈਗੀ ਆ, ਚਾਹੇ ਉਹ 19 ਮੁਲਵਾਨ ਆ ਸਟੇਟ ਦੇ ਲਈ। ਜਿਹੜੇ ਉਸ ਤੋਂ ਬਾਅਦ ਵੀ ਜਿਹੜੇ ਬਹੁਤ ਸਾਰੇ ਕਤਲ ਹੋਏ ਆ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਸੀ ਜਿਹੜਾ ਮਿਸਟਰ ਸੂਰੀ, ਉਹਦਾ ਕਤਲ ਹੋਇਆ ਸੀ। ਫਿਰ ਉਸ ਤੋਂ ਬਾਅਦ ਕੋਟਕਪੂਰੇ ਦੇ ਵਿੱਚ ਪ੍ਰੇਮੀ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ ਹੋਲੇ ਮਹੱਲੇ ਦੇ ਉੱਤੇ ਕੱਲ ਪਰਸੋਂ ਹੀ ਇੱਕ ਜਿਹੜਾ ਹੈਗਾ ਕਤਲ ਹੋਇਆ। ਤੋ ਜਿਹੜੀ ਇਨ ਜਨਰਲ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਪੰਜਾਬ ਦੇ ਵਿੱਚ, ਉਹ ਉਨੀ ਮਤਲਬ ਸੈਟਿਸਫੈਕਟਰੀ ਤੇ ਸੰਤੋਖਜਨਕ ਨਹੀਂ ਹੈ, ਜਿਸ ਕਾਰਨ ਜਿਹੜੀ ਹੈ ਉਹ ਆਪੋਜੀਸ਼ਨ ਨੇ ਰੂਲਿੰਗ ਪਾਰਟੀ ਨੂੰ ਜਿਹੜਾ ਹੈ ਇਸ ਵਾਰ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਲਾਅ ਐਂਡ ਆਰਡਰ ਮਸਲੇ ਦੇ ਉੱਤੇ ਘੇਰਿਆ ਹੋਇਆ ਹੈ। ਇਹ ਤਾਂ ਮਸਲਾ ਹੈ ਕੇਵਲ ਜਦੋਂ ਮਰਡਰਸ ਜਿਹੜੇ ਨੇ ਗੈਂਗਸਟਰਸ ਦੁਆਰਾ ਜਾਂ ਕਿਸੇ ਹੋਰ ਰੂਪ ਦੇ ਵਿੱਚ ਦਿਨ ਪ੍ਰਤੀ ਦਿਨ ਜਿਹੜੇ ਹੁੰਦੇ ਆ ਰਹੇ ਆ, ਐਕਸਟੋਰਸ਼ਨ ਹੁੰਦੀਆਂ ਆ ਰਹੀਆਂ। ਕੱਲ ਦੀ ਉਹ ਗੱਲ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜਾ ਸੀ ਜਿਊਲਰਸ, ਉਹਦੀ ਦੁਕਾਨ ਦੇ ਉੱਤੇ ਐਕਸਟੋਰਸ਼ਨ ਅਟੈਂਪਟ ਹੋਇਆ ਸੀ ਤੇ ਬਾਈ ਚਾਂਸ ਜਿਹੜਾ ਹੈਗਾ ਉਸ ਦੇ ਵਿੱਚ ਉਹ ਨਹੀਂ ਸਕਸੈਸਫੁਲ ਹੋ ਸਕੇ ਸੀ, ਉਸ ਦੀ ਜਿਹੜੀ ਹੈਗੀ ਤਤਪਰਤਾ ਦੇ ਕਾਰਨ। ਪਰ ਕੁਐਸਚਨ ਇਹ ਹੈਗਾ ਕਿ ਜਿਹੜਾ ਅਨਸਕ੍ਰਪਲਸ ਐਲੀਮੈਂਟ ਹੈਗਾ, ਗੁੰਡਾ ਐਲੀਮੈਂਟ ਹੈਗਾ, ਜਾਂ ਇਸ ਤਰ੍ਹਾਂ ਦਾ ਐਕਸਟੋਰਸ਼ਨਿਸਟ ਐਲੀਮੈਂਟ ਹੈਗਾ, ਉਹਨਾਂ ਦੇ ਹੌਸਲੇ ਜ਼ਿਆਦਾ ਬੁਲੰਦ ਨੇ। ਪੁਲਿਸ ਦੇ ਜਿਹੜੇ ਹੌਸਲੇ ਆ ਜਾਂ ਚੁਣੌਤੀ ਜਿਹੜੀ ਆ ਉਸ ਪ੍ਰਪੋਰਸ਼ਨ ਦੇ ਵਿੱਚ ਨਹੀਂ ਪੇਸ਼ ਆ ਰਹੀ, ਜਿਸ ਪ੍ਰਪੋਰਸ਼ਨ ਦੇ ਵਿੱਚ ਪੰਜਾਬ ਦੇ ਲੋਕ ਆਪ ਦੀ ਸਰਕਾਰ ਦੇ ਸਨਮੁਖ ਸਮਝਦੇ ਸੀਗੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਬੜੀ ਸਟਰੋਂਗ ਹੋਏਗੀ। ਉਸ ਤਰ੍ਹਾਂ ਦੀਆਂ ਵਾਸਤਵਿਕ ਸਿਚੁਏਸ਼ਨ ਜਿਹੜੀਆਂ ਨੇ ਉਹ ਸਾਨੂੰ ਦੇਖਣ ਨੂੰ ਮਿਲ ਨਹੀਂ ਰਹੀਆਂ। ਜਗਮੋਹਨ ਜੀ, ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਕਿਉਂ ਟੋਕ ਰਿਹਾ, ਕਿਉਂਕਿ ਜਿਵੇਂ ਅੱਜ ਮੀਤ ਹੇਅਰ ਨੇ ਰਿਕਾਰਡ ਪੇਸ਼ ਕਰ ਦਿੱਤਾ ਪਿਛਲੇ 12 ਸਾਲਾਂ ਦਾ, ਤੇ ਉਹਨਾਂ ਨੇ ਤਾਂ ਕਿਹਾ ਵੀ ਉਸ ਦੇ ਕੰਪੈਰੇਟਿਵਲੀ ਅਸੀਂ ਤਾਂ ਦੂਜੀ ਸਭ ਤੋਂ ਘੱਟ ਹਾਲੇ ਤੱਕ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਅਪਰਾਧ ਨੂੰ ਲੈ ਕੇ, ਉਹਨਾਂ ਦੇ ਡਾਟੇ ਅਲੱਗ ਹੁੰਦੇ ਨੇ, ਤਸਵੀਰਾਂ ਕੁਝ ਹੋਰ ਦਿਖਾਉਂਦੀਆਂ। ਬਿਲਕੁਲ ਤੁਹਾਡੀ ਗੱਲ ਵਾਜਬ ਹੈ। ਹੋਲਾ ਮਹੱਲਾ ਤੇ ਦੇਖ ਲਓ, ਕੋਈ ਦਿਨ ਨਹੀਂ ਜਾਂਦਾ ਜਦੋਂ ਆਪਾਂ ਲਾਅ ਐਂਡ ਆਰਡਰ ਨੂੰ ਲੈ ਕੇ ਨਾ ਖਬਰ ਪੜੀ। ਜੀ ਸੁਰਿੰਦਰ ਸਿੰਘ ਜੀ, ਮੈਂ ਆਪ ਸਰਕਾਰ ਦੇ ਜਿਹੜੇ ਨੁਮਾਇੰਦੇ ਹੈਗੇ ਆ, ਗੁਰਮੀਤ ਮੀਤ ਹੇਅਰ ਜੀ, ਉਹਨਾਂ ਦੇ ਇਸ ਤਰਕ ਨਾਲ ਸਹਿਮਤ ਨਹੀਂ ਆ, ਕਿਉਂਕਿ 22 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਸੀ ਕਿਹਾ ਕਿ ਸਾਡੇ ਵੇਲੇ ਜਿਹੜਾ ਹੈ ਇਹ ਡਾਟਾ ਰਿਲੇਟਿਵਲੀ ਲੈਸ ਹੋਏਗਾ। ਉਹਨਾਂ ਨੇ ਬਦਲਾਵ ਦੀ ਸਰਕਾਰ ਦੀ ਗੱਲ ਕੀਤੀ ਸੀ। ਜੇਕਰ ਉਸ ਸਮੇਂ ਇਹ ਦੁਰਘਟਨਾਵਾਂ ਹੋ ਰਹੀਆਂ ਸੀ ਤਦੇ ਲੋਕਾਂ ਨੇ ਆਪ ਸਰਕਾਰ ਲੈ ਕੇ ਆਏ ਆ। ਹੁਣ ਅਸੀਂ ਉਸ ਨੂੰ ਕੰਪੈਰੀਜ਼ਨ ਦੇ ਵਿੱਚ ਲਿਜਾ ਕੇ ਆਪਣੀ ਜਸਟੀਫਿਕੇਸ਼ਨ ਬਣਾਈਏ, ਉਹ ਜਸਟੀਫਿਕੇਸ਼ਨ ਬਣਨੀ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਅੱਗੇ। ਫਿਰ ਬਦਲਾਵ ਨਹੀਂ ਹੈ ਕੋਈ। ਇਸ ਤਰ੍ਹਾਂ ਨੂੰ ਅਸੀਂ ਫਿਰ ਬਦਲਾਵ ਨਹੀਂ ਕਹਿੰਦੇ। ਜਿੰਨੇ ਹੁਮਾ ਕੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ, ਉਦੋਂ ਫਿਰ ਇਹ ਅੰਕੜਿਆਂ ਦਾ ਤੁਲਨਾ ਜਿਹੜੀ ਹੈਗੀ ਆ ਨਾ ਉਹ ਕਰਨੀ ਉਚਿਤ ਹੀ ਹੋਏਗੀ।
ਸਾਨੂੰ ਲੋਕਾਂ ਦੀ ਸੈਟੀਸਫੈਕਸ਼ਨ ਦੇ ਲੈਵਲ ਦੇ ਉੱਤੇ ਜਾ ਕੇ ਲਾਅ ਐਂਡ ਆਰਡਰ ਜਿਹੜਾ ਹੈਗਾ ਉਸ ਦੀ ਸਥਿਤੀ ਨੂੰ ਲਿਆਉਣਾ ਪਏਗਾ। ਨਾ ਕੇਵਲ ਇਹ ਕਿ ਅਕਾਲੀ ਦਲ ਦੀ ਸਰਕਾਰ ਵੇਲੇ, ਕਾਂਗਰਸ ਸਰਕਾਰ ਵੇਲੇ ਆਹ ਡਾਟਾ ਸੀ, ਹੁਣ ਸਾਡੀ ਸਰਕਾਰ ਵੇਲੇ ਇਹ ਡਾਟਾ। ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਹਜ਼ਮ ਨਹੀਂ ਹੋਣੀ। 92 ਸੀਟਾਂ ਪੰਜਾਬ ਦੇ ਵਿੱਚ ਕਦੇ ਆਈਆਂ ਨਹੀਂ ਹੈ, ਤੇ ਇਹ ਮੈਂਡੇਟ ਜਿਹੜਾ ਲੋਕਾਂ ਨੇ ਦਿੱਤਾ ਉਸ ਨੂੰ ਵੀ ਜਿਹੜਾ ਹੈ ਧਿਆਨ ਦੇ ਵਿੱਚ ਆਪ ਦੀ ਸਰਕਾਰ ਨੂੰ ਰੱਖਣਾ ਪਏਗਾ। ਤੇ ਅੰਕੜੇ ਪੇਸ਼ ਕਰਨ ਲੱਗਿਆ ਇਹ ਵੀ ਦੇਖਣਾ ਪਏਗਾ ਕਿ ਕਿੰਨੇ ਸੁਪਨੇ ਸੰਜੋਏ ਹੋਏ ਨੇ ਪੰਜਾਬ ਦੇ ਲੋਕਾਂ ਦੇ। ਇਹ ਜਸਟੀਫਿਕੇਸ਼ਨ ਉਹਨਾਂ ਦੇ ਹਜ਼ਮ ਨਹੀਂ ਹੁੰਦੀ। ਪਰ ਬਹੁਤ ਵੱਡੀ ਗੱਲ ਕਹੀ ਹੈ ਜਗਮੋਹਨ ਜੀ, ਵਾਕਈ ਇਹ ਗੱਲ ਹੈ ਕਿ ਤੁਹਾਨੂੰ ਜਿਹੜੀ ਵੋਟ ਪਈ ਹੈ ਉਹ ਬਦਲਾਵ ਦੇ ਕਾਰਨ ਪਈ ਹੈ, ਕਿ ਤੁਸੀਂ ਬਦਲਾਵ ਲਿਆਣਾ ਸੀ, ਤੁਸੀਂ ਰੰਗਲਾ ਪੰਜਾਬ ਬਣਾਉਣਾ ਸੀ, ਔਰ ਰੰਗਲਾ ਪੰਜਾਬ ਲੋਕਾਂ ਨੂੰ ਸਿਰਜਿਆ, ਉਹਨਾਂ ਦੇ ਜ਼ਹਿਨ ਦੇ ਵਿੱਚ ਦਿਖਾਇਆ ਵੀ ਕਿਹੋ ਜਿਹਾ ਰੰਗਲਾ ਪੰਜਾਬ ਹੋਣਾ ਚਾਹੀਦਾ, ਉਹ ਸਿਰਜਿਆ ਵੀ ਇਹਨਾਂ ਨੇ ਕਿ ਭ੍ਰਸ਼ਟਾਚਾਰ ਨਹੀਂ ਹੋਊਗਾ, ਲਾਅ ਐਂਡ ਆਰਡਰ ਬੜਾ ਸਟਰੋਂਗ ਕਰ ਦਾਂਗੇ, ਚਿੱਟਾ ਖਤਮ ਕਰ ਦਾਂਗੇ। ਬਿਲਕੁਲ ਗੱਲ ਵਾਜਬ ਹੈ, ਪਰ ਫਿਰ ਹਰ ਵਾਰ ਇਹੀ ਹੁੰਦਾ ਹੈ, ਸਰਕਾਰਾਂ ਹੁਣ ਵੀ ਸੈਸ਼ਨ ਦੇ ਵਿੱਚ ਮੇਨੋ ਮੇਨੀ ਦੇ ਵਿੱਚ ਹੀ ਸਾਰੇ ਸੈਸ਼ਨ ਟਪਾ ਦਿੰਦੇ ਜਾਂਦੇ ਨੇ, ਮੇਨੋ ਮੇਨੀ 'ਚ ਹੀ ਰਹਿ ਜਾਂਦਾ, ਕਿਉਂਕਿ ਵਾਰ-ਵਾਰ ਕਿਉਂਕਿ ਦਾਗਦਾਰ ਸਾਰੇ ਹੀ ਨੇ। ਦਾਗਦਾਰ ਵਿਰੋਧੀ ਜਿਹੜੇ ਬੈਠੇ ਹੁੰਦੇ ਆ ਵਾਕਈ ਉਹ ਦਾਗਦਾਰ ਹੁੰਦੇ ਨੇ, ਕਿਉਂਕਿ ਜਦੋਂ ਸਵਾਲ ਜੇ ਖੜੇ ਹੁੰਦੇ, ਮੈਂ ਵੀ ਇਹ ਕਹਿਣਾ ਕਿ ਫਿਰ ਉਹ ਇੱਧਰਲੇ ਪਾਸੇ ਨਾ ਬੈਠੇ ਹੁੰਦੇ, ਜੇ ਉਹਨਾਂ ਨੂੰ ਜਿਤਾਣਾ ਹੁੰਦਾ ਤਾਂ ਬਿਲਕੁਲ ਜਿੱਤ ਕੇ ਬੈਠੇ ਹੁੰਦੇ। ਤਾਂ ਜੇ ਵਾਕਈ ਲੋਕਾਂ ਨੇ ਬਦਲਾਵ ਲਿਆ ਤੇ ਮੌਜੂਦਾ ਸਰਕਾਰ ਕਿਉਂ ਨਹੀਂ ਉਸ ਚੀਜ਼ ਨੂੰ ਸਮਝ ਰਹੀ? ਦੇਖੋ ਗੱਲ ਇਹ ਹੈਗੀ ਆ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਫ੍ਰੈਕਚਰਡ ਰਿਐਲਿਟੀਜ਼ ਨੇ, ਜਿਹੜੀ ਪੋਲੀਟੀਕਲ ਰਿਐਲਿਟੀ ਜਿਹੜੀ ਆਪ ਸਰਕਾਰ ਫੇਸ ਕਰ ਰਹੀ ਹੈ। ਇੱਕ ਤਾਂ ਇਹ ਫੇਸ ਕਰ ਰਹੀ ਹੈ ਕਿ ਜੋ ਕੇਂਦਰ ਦਾ ਇਹਨਾਂ ਦਾ ਹਾਈ ਕਮਾਂਡ ਆ, ਉਹਨਾਂ ਦਾ ਜੋ ਦ੍ਰਿਸ਼ਟੀਕੋਣ ਆ ਤੇ ਜੋ ਪੰਜਾਬ ਦੇ ਵਿੱਚ ਸਰਕਾਰ ਆ ਉਹਦਾ ਜਿਹੜਾ ਦ੍ਰਿਸ਼ਟੀਕੋਣ ਆ, ਕਈ ਵਾਰੀ ਉਹਦੇ ਵਿੱਚ ਹਿਡਨ ਲੈਵਲ ਦੇ ਉੱਤੇ ਇਕਸੁਰਤਾ ਨਹੀਂ ਹੁੰਦੀ, ਉਹਦੇ ਵਿੱਚ ਉਸ ਤਰ੍ਹਾਂ ਦਾ ਤਾਲਮੇਲ ਔਰ ਸੁਰਸਾਂਝ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਸੁਰਸਾਂਝ ਜਿਹੜੀ ਹੈਗੀ ਆ ਉਹ ਪੋਲੀਟੀਕਲ ਪਾਰਟੀ ਦੀ ਹਾਈ ਕਮਾਂਡ ਔਰ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਹੈ। ਦੂਸਰੀ ਗੱਲ ਹੈਗੀ ਆ ਕਿ ਅਨੁਭਵ ਜਿਹੜਾ ਹੈਗਾ ਉਹਦਾ ਵੀ ਬਹੁਤ ਜ਼ਿਆਦਾ ਰੋਲ ਹੁੰਦਾ। ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹ ਜੈਸੀਆਂ ਵੀ ਸੀਗੀਆਂ ਤਾਂ ਕਮ ਸੇ ਕਮ ਉਹਨਾਂ ਨੂੰ 100 ਸਾਲ ਦੇ ਕਰੀਬ ਜਿਹੜਾ ਹੈਗਾ ਉਹ ਲਗਭਗ ਹੋ ਚੁੱਕਿਆ। ਇਹ ਪਾਰਟੀ ਕੁਆਇਟ ਨਿਊ ਹੈਗੀ ਆ ਤੇ ਇਹ ਓਪਨ ਵੀ ਨਹੀਂ ਹੈਗੀ ਕਿ ਬਹੁਤ ਸਾਰੇ ਲੋਕ ਆ ਕੇ ਇਹਨਾਂ ਨੂੰ ਗਾਈਡ ਕਰ ਸਕਦੇ ਆ, ਆਪਣਾ ਅਨੁਭਵ ਜਿਹੜਾ ਦਰਸਾ ਸਕਦੇ ਆ। ਕੋਈ ਪ੍ਰੈਕਟੀਕਲੀ ਬੜੇ ਮੈਚੁਰ ਲੋਕ ਨੇ, ਉਹਨਾਂ ਦਾ ਇਹ ਜਿਹੜਾ ਹੈ ਸਹਾਇਤਾ ਸਹਿਯੋਗ ਲੈ ਸਕਦੇ ਆ। ਇਤਨੀ ਓਪਨ ਵੀ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ, ਜਿਹੜੇ ਪਹਿਲਾਂ ਇਹ ਕਹਿੰਦੇ ਸੀ ਨਾ ਕਿ ਆਪ ਸਰਕਾਰ ਜਿਹੜੀ ਆ ਆਮ ਲੋਕਾਂ ਦੀ ਹੋਈ ਆ, ਆਮ ਲੋਕਾਂ ਦੀ ਹੁਣ ਮੰਤਰੀਆਂ ਤੱਕ ਪਹੁੰਚ ਨਹੀਂ ਹੈ। ਮੈਂ ਤੁਹਾਨੂੰ ਆਪਣੇ ਵਾਸਤਵਿਕ ਤਜਰਬੇ ਦੇ ਵਿੱਚੋਂ ਦੱਸ ਦਿਆਂ, ਅੱਜ ਵੀ ਮੈਂ ਜਾ ਕੇ ਆਇਆ, ਪਰ ਮੰਤਰੀ ਨੂੰ ਉਹਨਾਂ ਦੇ ਕੋਲ ਆਸ-ਪਾਸ ਰਹਿੰਦੇ ਲੋਕਾਂ ਦੀ ਐਕਸੈਸਿਬਿਲਿਟੀ ਵੀ ਨਹੀਂ ਰਹੀ। ਫਿਰ ਜੇ ਇਸ ਤਰ੍ਹਾਂ ਦੀਆਂ ਵਾਸਤਵਿਕਤਾਵਾਂ ਨੇ ਕਿ ਜੇ ਆਪਾਂ ਇਹ ਗੱਲ ਕਹਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਅਪਰੋਚੇਬਲ ਹੀ ਨਹੀਂ ਸੀ, ਸੁਖਬੀਰ ਸਿੰਘ ਬਾਦਲ ਅਪਰੋਚੇਬਲ ਹੀ ਨਹੀਂ ਸੀ, ਤਾਂ ਹੁਣ ਅਨਅਪਰੋਚੇਬਲ ਆਪ ਸਰਕਾਰ ਦੇ ਮੰਤਰੀ ਵੀ ਹੁੰਦੇ ਜਾ ਰਹੇ ਆ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਕੋਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਹੋਏਗੀ। ਇੱਕ ਤਾਂ ਆਪਾਂ ਇਹ ਕਹਿ ਰਹੇ ਸੀਗੇ ਕਿ ਇੰਨਾ ਜਿਹੜਾ ਹੈ ਚਾਮ ਜਿਹੜਾ ਹੈ 100 ਜਿਹੜੇ ਹੈ ਸਿਕਿਉਰਿਟੀ ਗਾਰਡਸ, ਜੈਟ ਔਰ ਹੈਲੀਕਾਪਟਰਸ ਔਰ ਸਿਕਿਉਰਿਟੀ ਅਰੇਂਜਮੈਂਟਸ, ਦਿਸ ਦੈਟ, ਪੁਰਾਣੀਆਂ ਸਰਕਾਰਾਂ ਦਾ ਖਰਚਾ ਹੁੰਦਾ ਸੀ। ਤਾਂ ਇਹ ਅਸੀਂ ਸਾਰੇ ਹੁਣ ਵੀ ਦੇਖ ਰਹੇ ਹਾਂ ਕਿ ਉਸੇ ਪ੍ਰਕਾਰ ਦੇ ਖਰਚੇ ਇਸ ਸਰਕਾਰ ਦੇ ਵੀ। ਤਾਂ ਬਦਲਾਵ ਜਿਹੜਾ ਸੀ ਲੋਕਾਂ ਦੇ ਨਾਲ ਜਿਹੜਾ ਇੱਕ ਪ੍ਰੋਮਿਸ ਕੀਤਾ ਸੀ, ਉਹ ਪ੍ਰੋਮਿਸ ਜਿਹੜਾ ਹੈਗਾ ਉਹ ਹੁਣ ਥੋੜਾ ਫਿਸਲਦਾ ਨਜ਼ਰ ਆ ਰਿਹਾ। ਜਿਹੜੇ ਲੋਕਾਂ ਦੇ ਲਈ ਨਾ ਖੁਸ਼ੀ ਦੀ ਗੱਲ ਆ, ਅਸੰਤੋਖ ਦੀ ਗੱਲ ਆ, ਚੰਗਾ ਹੋਵੇਗਾ ਕਿ ਜੇ ਆਪ ਸਰਕਾਰ ਇਸ ਨੂੰ ਰਿਵਿਊ ਕਰੇ ਤੇ ਆਮ ਆਦਮੀ ਬਣ ਕੇ ਜਿਸ ਤਰ੍ਹਾਂ ਨਾਲ ਵੋਟਾਂ ਲਈਆਂ ਸੀ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਆਪਣੀ ਅਗਲੀ ਕਾਰਜਸ਼ੈਲੀ ਜਿਹੜੀ ਆ ਉਹ ਚੱਲੇ, ਤਾਂ ਇਸ ਦੇ ਨਾਲ ਲੋਕਾਂ ਨੂੰ ਵਧੇਰੇ ਸੰਤੋਖ ਜਿਹੜਾ ਹੈ ਹੋਏਗਾ। ਸੁਰਿੰਦਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਇੰਨਾ ਕੁਝ ਵਾਪਰ ਰਿਹਾ ਹੈ ਜਿਵੇਂ ਜ਼ਮੀਨੀ ਪੱਧਰ ਤੇ ਅੱਜ ਜਿਸ ਤਰੀਕੇ ਨਾਲ ਮੀਡੀਆ ਸਲਾਹਕਾਰ ਨੂੰ ਲੈ ਕੇ ਜਿਵੇਂ ਨਿਸ਼ਾਨੇ ਸਾਧੇ ਗਏ ਕਿ ਭਗਵੰਤ ਮਾਨ ਜੀ ਦੇ ਜਿਹੜੇ ਮੀਡੀਆ ਸਲਾਹਕਾਰ ਨੇ, ਕਿਉਂਕਿ ਸਿੱਧੂ ਮੂਸੇਵਾਲੇ ਦੇ ਪਤਾ ਉਹਦਾ ਨਾਮ ਲੈ ਰਹੇ ਨੇ, ਉਸ ਐਪੀਸੋਡ ਨੂੰ ਕਿਵੇਂ ਦੇਖਦੇ ਹੋ? ਪਰ ਉਹਦੇ ਵਿੱਚ ਦੇਖੋ, ਬੀਇੰਗ ਜੇ ਮੈਂ ਤੁਸੀਂ ਲੀਗਲ ਪਰਸਪੈਕਟਿਵ ਤੋਂ ਗੱਲ ਕਰਾਉਂ ਤਾਂ ਇਹ ਗੱਲ ਇੰਨੀ ਸੌਖੀ ਨਹੀਂ ਹੋਏਗੀ। ਦੇਖੋ, ਐਲੀਗੇਸ਼ਨ ਕਿਸੇ ਦੇ ਉੱਤੇ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ ਆਪਾਂ, ਜਿਹਦੇ ਤੇ ਮਰਜ਼ੀ ਲਗਾ ਦਈਏ, ਲੇਕਿਨ ਉਹਦੇ ਵਿੱਚ ਜਿਹੜੀ 120B ਹੈਗੀ IPC ਦੀ ਕੌਂਸਪੀਰੇਸੀ ਜਿਹੜੀ ਹੈ, ਕੌਂਸਪੀਰੇਸੀ ਨੂੰ ਇਸਟੈਬਲਿਸ਼ ਕਰਨਾ ਇੰਨਾ ਸੌਖਾ ਕੰਮ ਨਹੀਂ ਹੁੰਦਾ। ਉਹਦਾ ਮਤਲਬ ਇਹ ਹੈ 120B ਦਾ ਕਿ ਕ੍ਰਿਮੀਨਲ ਐਕਟ ਹੋਣ ਤੋਂ ਪਹਿਲਾਂ ਇਹ ਜਿਹੜੇ ਮੀਡੀਆ ਐਡਵਾਈਜ਼ਰ ਹੈਗੇ ਆ, ਇਹਨਾਂ ਨੇ ਪ੍ਰੀ ਮੈਡੀਟੇਟਡ ਪਲਾਨ ਬਣਾਇਆ। ਜਿਹੜੇ ਬੰਦੇ ਐਕਟ ਕਰਨ ਵਾਲੇ ਸੀ ਉਹਨਾਂ ਦੇ ਨਾਲ ਰਲ ਕੇ ਇਹ ਚੇਨ ਬਣਾਉਣੀ ਪਏਗੀ ਕਿ ਜਿਹੜੇ ਮੀਡੀਆ ਐਡਵਾਈਜ਼ਰ ਨੇ ਉਹ ਪ੍ਰੀ ਮੈਡੀਟੇਟਡ ਇੱਕ ਪਲੈਨਿੰਗ ਦੇ ਵਿੱਚ ਸੀਗੇ ਤੇ ਇਹਨਾਂ ਬੰਦਿਆਂ ਨੇ ਐਗਜ਼ੀਕਿਊਟ ਕੀਤਾ, ਇਹਨਾਂ ਦੀ ਚੇਨ ਬਣੇਗੀ। ਤਾਂ ਇਹ ਚੇਨ ਐਸਟੈਬਲਿਸ਼ ਕਰਨੀ ਇੰਨੀ ਸੌਖੀ ਨਹੀਂ ਹੈ। ਪਰ ਜੇ ਆਪਾਂ ਇਹ ਮੰਨ ਵੀ ਲਈਏ ਕਿ ਇਸ ਤਰ੍ਹਾਂ ਦਾ ਉਹਨਾਂ ਨੇ ਐਲੀਗੇਸ਼ਨ ਲਗਾਇਆ, ਤਾਂ ਇਸ ਐਲੀਗੇਸ਼ਨ ਦੇ ਵਿੱਚ ਇੱਕ ਗੱਲ ਤਾਂ ਇਹ ਜ਼ਰੂਰ ਹੋ ਸਕਦੀ ਹੈ ਕਿ ਮੀਡੀਆ ਐਡਵਾਈਜ਼ਰ ਨੇ ਸ਼ਾਇਦ ਉਹਦੀ ਮੈਚੁਰਿਟੀ ਦੇ ਨਾਲ ਨਹੀਂ ਸੋਚਿਆ ਤੇ ਉਹਨਾਂ ਦੇ ਕੋਲੋਂ ਇੱਕ ਇਨਐਡਵਰਟੈਂਟਲੀ ਮਿਸਟੇਕ ਹੋ ਗਿਆ, ਜਿਸ ਦਾ ਫਾਇਦਾ
ਜਿਹੜਾ ਸੀ ਉਹ ਐਗਜ਼ੀਕਿਊਟਰਸ ਨੇ ਚੱਕ ਲਿਆ ਤੇ ਇਹਦੇ ਵਿੱਚ ਜਿਹੜੀ ਉਹਨਾਂ ਤੋਂ ਇਹ ਗਲਤੀ ਹੋਈ ਆ ਉਹਦੀ ਵਿਕੇਰੀਅਸ ਲਾਇਬਿਲਿਟੀ ਸਿਵਲ ਦੀ ਉਹਨਾਂ ਦੇ ਉੱਤੇ ਸਟੈਂਡ ਕਰ ਸਕਦੀ ਆ। ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਅਗਰ ਸਿੱਧੂ ਮੂਸੇਵਾਲਾ ਜੀ ਦੇ ਜਿਹੜੇ ਪਰਿਵਾਰ ਵਾਲੇ ਨੇ ਅਗਰ ਉਹ ਕਹਿੰਦੇ ਨੇ ਕਿ ਇਸ ਦਾ ਕੋਈ ਰੋਲ ਹੈਗਾ ਤਾਂ ਸਟੇਟ ਨੂੰ ਕੋਈ ਹਰਜ ਨਹੀਂ ਹੈ, ਪ੍ਰੋਸੀਕਿਊਸ਼ਨ ਏਜੰਸੀ ਨੂੰ ਕੋਈ ਹਰਜ ਨਹੀਂ ਹੈ ਕਿ ਉਹ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰੇ, ਉਹਦੇ ਵਿੱਚ ਜਾਵੇ। ਅਗਰ ਉਸ ਦੇ ਵਿੱਚ ਕੋਈ ਮਟੀਰੀਅਲ ਐਵੀਡੈਂਸ ਮਿਲਦਾ ਤਾਂ ਉਹਨਾਂ ਦੇ ਉੱਤੇ 120 ਦਾ ਕੇਸ ਰਜਿਸਟਰ ਹੋ ਸਕਦਾ। ਪਰ ਜੇ ਇੱਕ ਚੇਨ ਉਹਦੇ ਵਿੱਚੋਂ ਨਹੀਂ ਐਸਟੈਬਲਿਸ਼ ਹੁੰਦੀ ਕਿਸੇ ਪ੍ਰਕਾਰ ਦੇ ਨਾਲ ਵੀ, ਫਿਰ ਇੱਕ ਸਟੇਟ ਦੀ ਵਿਕੇਰੀਅਸ ਲਾਇਬਿਲਿਟੀ ਬਣਦੀ ਹੈ, ਨਾ ਕਿ ਇੰਡੀਵਿਜੂਅਲ ਦੀ। ਮੀਡੀਆ ਐਡਵਾਈਜ਼ਰ ਐਜ਼ ਪ੍ਰਾਈਵੇਟ ਇੰਡੀਵਿਜੂਅਲ ਉਹਨਾਂ ਦੀ ਲਾਇਬਿਲਿਟੀ ਨਹੀਂ, ਉਹ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ ਮੀਡੀਆ ਦੇ ਵਿੱਚ। ਉਹਨਾਂ ਤੋਂ ਇੱਕ ਇਨਐਡਵਰਟੈਂਟ ਮਿਸਟੇਕ ਹੋਇਆ, ਮੰਨ ਲਓ ਪ੍ਰੀਮੈਚੁਰ ਇੱਕ ਗੱਲ ਕਹੀ ਗਈ ਹੈ ਤਾਂ ਜਿਸ ਦਾ ਐਡਵਾਂਟੇਜ ਇਨਡਾਇਰੈਕਟਲੀ ਐਗਜ਼ੀਕਿਊਟਰਸ ਨੇ ਲੈ ਲਿਆ ਤਾਂ ਉਹਦੇ ਵਿੱਚ ਸਟੇਟ ਦੀ ਇੱਕ ਵਿਕੇਰੀਅਸ ਲਾਇਬਿਲਿਟੀ ਬਣਦੀ ਹੈ ਸਿਵਲ ਦੀ ਡੈਮੇਜਸ ਦੀ। ਅਗਰ ਉਸ ਦੇ ਵਿੱਚ ਕ੍ਰਿਮੀਨੈਲਿਟੀ ਜਾਂ ਕੋਈ ਕੰਸਪੀਰੇਸੀ ਜਿਹੜੀ ਆ ਉਹ ਪ੍ਰੋਸੀਕਿਊਸ਼ਨ ਏਜੰਸੀ ਨਹੀਂ ਐਸਟੈਬਲਿਸ਼ ਕਰ ਸਕਦੀ ਤਾਂ ਇੰਨਾ ਕੁ ਉਹਦੇ ਵਿੱਚ ਉਹਦਾ ਰੋਲ ਬਣਦਾ, ਇਸ ਤੋਂ ਜ਼ਿਆਦਾ ਸ਼ਾਇਦ ਨਾ ਐਗਜ਼ਿਸਟ ਕਰੇ। ਸੁਰਿੰਦਰ ਜੀ, ਉਧਰ ਫਰੀਦਕੋਟ ਦੇ ਵਿੱਚ ਸੁਖਬੀਰ ਬਾਦਲ ਜੀ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਗਾਊਂ ਜ਼ਮਾਨਤ ਦੀ ਅਰਜੀ ਲਾਈ ਹੈ। 14 ਮਾਰਚ ਨੂੰ ਉਸ ਤੇ ਸੁਣਵਾਈ ਹੋਈ। ਇਸ ਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਜਿਸ ਦਿਨ ਪੇਸ਼ ਹੋਣਾ ਹੈ ਉਹਨਾਂ ਨੂੰ ਖਦਸ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ ਜੀ। ਅਗਰ ਸਰਕਾਰ ਚਾਹੇ 307 ਦਾ ਕੇਸ ਰਜਿਸਟਰ ਕੀਤਾ ਹੋਇਆ ਤੇ ਉਹਦੇ ਵਿੱਚ ਬਿਲਕੁਲ ਗ੍ਰਿਫਤਾਰੀ ਹੋ ਸਕਦੀ ਹੈ। ਤੇ 307 ਦੇ ਕੇਸ ਦੇ ਵਿੱਚ ਯੂਜੂਅਲੀ, ਮੈਂ ਇਨ ਦਿਸ ਪਾਰਟਿਕੂਲਰ ਕੇਸ ਨਹੀਂ ਕਹਿ ਰਿਹਾ ਵੀ ਕੀ ਹੋਏਗਾ ਜਾਂ ਕੀ ਨਹੀਂ ਹੋਏਗਾ, ਜਿਹੜੀ ਪੋਟੈਂਸ਼ੀਅਲਿਟੀ ਹੈਗੀ ਆ, ਪ੍ਰੋਬੈਬਿਲਿਟੀ ਜਿਹੜੀ ਹੈਗੀ ਆ, ਉਹ 307 ਦੇ ਵਿੱਚ ਐਂਟੀਸਿਪੇਟਰੀ ਬੇਲ ਦੀ ਪ੍ਰੋਬੈਬਿਲਿਟੀ ਬਹੁਤ ਰਿਮੋਟ ਹੁੰਦੀ ਆ। ਬਹੁਤ ਘੱਟ ਚਾਂਸਸ ਹੁੰਦੇ ਆ ਕਿ ਟ੍ਰਾਇਲ ਕੋਰਟ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਉਹ ਦੇ ਦੇਵੇ ਤੇ ਉਸ ਤੋਂ ਬਾਅਦ ਘੱਟੋ ਘੱਟ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਲੈਵਲ ਦੇ ਉੱਤੇ ਜਾ ਕੇ ਐਂਟੀਸਿਪੇਟਰੀ ਬੇਲ ਹੋਏਗੀ। ਤੇ ਇਸ ਕਰਕੇ ਮੈਨੂੰ ਇਹਦੇ ਵਿੱਚ ਕੋਈ ਬਹੁਤਾ ਨਜ਼ਰ ਨਹੀਂ ਆਉਂਦਾ ਹੈ ਕਿ 307 ਦੇ ਕੇਸ ਦੇ ਵਿੱਚ ਟ੍ਰਾਇਲ ਕੋਰਟ ਫਰੀਦਕੋਟ ਜਿਹੜੀ ਹੈਗੀ ਆ ਉਹ ਇਹਦੀ ਪ੍ਰੋਬੈਬਿਲਿਟੀ ਇਜ਼ ਵੈਰੀ ਡਿਮ ਐਂਡ ਰਿਮੋਟ। ਜਗਮੋਹਨ ਜੀ, ਤੁਸੀਂ ਕਿਹਾ ਅਗਰ ਸਰਕਾਰ ਚਾਹੇ ਤਾਂ, ਮਤਲਬ ਅਗਰ ਸਰਕਾਰ ਇੱਥੇ SIT ਦੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਹੈ, ਸਰਕਾਰ ਚਾਹੇ ਨਾ ਚਾਹੇ ਦਾ ਮਤਲਬ ਇਹਦਾ ਮਤਲਬ ਇਹ ਵੀ ਸਰਕਾਰ ਦੇ ਹੱਥ ਹੋਊਗਾ? ਸਰਕਾਰ ਤਾਂ ਇਹ ਕਹੇਗੀ ਜੀ ਦੇਖੋ ਲਾ ਆਪਣੇ ਹਿਸਾਬ ਦੇ ਨਾਲ ਚੱਲਦਾ, ਅਸੀਂ ਤਾਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਉਹਨਾਂ ਦੇ ਕੋਲੇ ਤਾਂ ਇੱਕ ਰੈਡੀਮੇਡ ਸਟੇਟਮੈਂਟ ਆ ਹਰ ਸਰਕਾਰ ਦੇ ਕੋਲੇ। ਜੇ ਕਾਂਗਰਸ ਵਾਲੇ ਸੀ ਉਹ ਵੀ ਇਹੀ ਕਹਿੰਦੇ ਸੀ, ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਸੀ ਉਹ ਵੀ ਇਹੀ ਕਹਿੰਦੇ ਸੀ, ਇਹ ਵੀ ਇਹੀ ਕਹਿਣਗੇ। ਕੋਈ ਹੋਰ ਸਰਕਾਰ ਆ ਜਾਏਗੀ ਉਹ ਵੀ ਇਹੀ ਕਹੇਗੀ। ਉਹਨਾਂ ਕੋਲ ਤਾਂ ਰੈਡੀਮੇਡ ਇੱਕ ਕੁਐਸਚਨ ਆ ਕਿ ਲਾ ਜਿਹੜਾ ਹੈ ਜੀ ਆਪਣੇ ਹਿਸਾਬ ਨਾਲ ਚੱਲਦਾ, ਸਾਡੀ ਕੋਈ ਇੰਟਰਫੇਰੈਂਸ ਨਹੀਂ ਹੈ। ਹੁਣ ਗੱਲ ਆ ਗਈ ਪ੍ਰੋਸੀਕਿਊਸ਼ਨ ਏਜੰਸੀ ਦੇ ਉੱਤੇ। 307 ਦੇ ਕੇਸ ਦੇ ਵਿੱਚ ਪ੍ਰੋਸੀਕਿਊਸ਼ਨ ਏਜੰਸੀਜ਼ ਨਾਰਮਲੀ ਪਲੀਡ ਇਹੀ ਕਰਦੀਆਂ ਨੇ ਟ੍ਰਾਇਲ ਕੋਰਟ ਦੇ ਅੱਗੇ ਕਿ ਐਂਟੀਸਿਪੇਟਰੀ ਬੇਲ ਨਾ ਗ੍ਰਾਂਟ ਕੀਤੀ ਜਾਵੇ, ਕਿਉਂਕਿ ਅਜੇ ਸਾਰਾ ਟ੍ਰਾਇਲ ਬਾਕੀ ਪਿਆ ਔਰ ਇਹਦੇ ਵਿੱਚ ਜਿਹੜੇ ਆਪਣੇ ਵਿਟਨੈਸਿਸ ਹੈਗੇ ਆ ਇਨਫਲੂਐਂਸ ਹੋ ਸਕਦੇ ਆ, ਬੰਦਾ ਬਾਹਰ ਜਾ ਸਕਦਾ, ਇਨਫਲੂਐਂਸ਼ੀਅਲ ਪਰਸਨੈਲਿਟੀਜ਼ ਨੇ। ਇਸ ਕਰਕੇ ਜਿਹੜਾ ਹੈਗਾ ਉਹ ਟ੍ਰਾਇਲ ਕੋਰਟ ਜਿਹੜੀ ਹੈਗੀ ਆ ਉਹ ਯੂਜੂਅਲੀ ਕੀ ਕਰਦੀ ਆ, ਜੇ ਆਮ ਆਰਡੀਨਰੀ ਬੰਦੇ ਵੀ ਹੋਣ 307 ਦੇ ਕੇਸ ਦੇ ਵਿੱਚ ਜਲਦੀ ਬਹੁਤ ਘੱਟ ਰਿਮੋਟ ਚਾਂਸਸ ਨੇ, ਕੇਸ ਟੂ ਕੇਸ ਹੁੰਦਾ ਇਹ, ਕਿਸੇ ਕੇਸ ਵਿੱਚ ਹੋ ਵੀ ਸਕਦਾ ਹੁੰਦਾ, ਕਿਸੇ ਕੇਸ ਵਿੱਚ ਨਹੀਂ ਵੀ ਹੋ ਸਕਦਾ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਬੇਅਦਬੀ ਵਾਲੇ ਇਸ ਪੂਰਾ ਜਿਹੜਾ ਕੇਸ ਹੋਇਆ, ਐਪੀਸੋਡ ਹੋਇਆ, ਇਸ ਦੇ ਵਿੱਚ ਜਿਹੜਾ ਹੈਗਾ ਕੋਈ ਐਂਟੀਸਿਪੇਟਰੀ ਬੇਲ ਜਿਹੜੀ ਹੈ ਗ੍ਰਾਂਟ ਕਰ ਦੇਗੀ। ਪ੍ਰੋਸੀਕਿਊਸ਼ਨ ਇਸ ਨੂੰ ਅਪੋਜ਼ ਕਰੇਗਾ, ਵੀਹੀਮੈਂਟਲੀ ਸਟਰੋਂਗਲੀ ਅਪੋਜ਼ ਕਰੇਗਾ। ਤੇ ਅਦਰਵਾਈਜ਼ ਵੀ ਜਿਹੜੇ ਸਾਡੇ ਐਵਰੇਜ ਐਕਸਪੀਰੀਅੰਸ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹਦੇ ਵਿੱਚ ਪੋਸੀਬਿਲਿਟੀ ਇਜ਼ ਵੈਰੀ ਰਿਮੋਟ। ਕੀ ਤੁਹਾਨੂੰ ਲੱਗਦਾ ਹੈ ਬਾਦਲ ਸਾਹਿਬ ਨੂੰ, ਯਾਨੀ ਕਿ ਸੁਖਬੀਰ ਬਾਦਲ ਜੀ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਹਾਲੇ? ਕਿਉਂਕਿ ਅਗਰ ਮੰਨ ਲਓ ਇੱਧਰੋਂ ਜ਼ਮਾਨਤ ਰੱਦ ਹੋ ਜਾਂਦੀ ਹੈ, ਜਿਵੇਂ ਤੁਸੀਂ ਖਦਸ਼ਾ ਜ਼ਾਹਿਰ ਵੀ ਕਰ ਰਹੇ ਹੋ ਕਿ ਹੋ ਸਕਦਾ ਕਿ ਉਸ ਟਾਈਮ ਗ੍ਰਿਫਤਾਰੀ ਵੀ ਸੰਭਵ ਹੈ, ਤਾਂ ਔਖਾ ਨਹੀਂ ਹੋ ਜਾਏਗਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਵਾਬ ਦੇਣਾ? ਅਗਰ ਹੁਣੇ ਇਹ ਸਾਰਾ ਕੁਝ ਪਹਿਲਾਂ ਕਰ ਲੈਂਦੇ ਨੇ, ਇਹ ਅਗਰ ਕਹਿ ਦੇਣ ਕਿ ਜਦੋਂ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਉਦੋਂ ਬਾਅਦ ਦੇ ਵਿੱਚ ਮੈਂ ਪ੍ਰਧਾਨ ਬਣਨ ਦਾ ਹੱਕਦਾਰ ਹੋਵਾਂਗਾ। ਇਸ ਟਾਈਮ ਜਿਸ ਤਰੀਕੇ ਨਾਲ ਮੇਰੇ ਤੇ ਨਿਸ਼ਾਨੇ ਸਾਧੇ ਗਏ ਨੇ, ਆਪਾਂ ਕਹਿ ਹੀ ਸਕਦੇ ਨਿਸ਼ਾਨੇ ਸਾਧੇ ਗਏ ਨੇ, ਕਿਉਂਕਿ ਉਹ ਕਹਿੰਦੇ ਨੇ ਇਹ ਸਭ ਸਿਆਸੀ ਭੇਦਭਾਵ ਦੇ ਕਾਰਨ ਹੋ ਰਿਹਾ। ਕਿ ਇਹ ਤੁਹਾਨੂੰ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਇਹ ਹੁੰਦਾ ਕਿ ਉਹ ਆਪਣੇ ਵੱਲੋਂ ਪੇਸ਼ਕਸ਼ ਕਰ ਦਿੰਦੇ ਆ, ਨਾਲ ਹੀ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਲਿਆ ਜਾਂਦਾ ਕਿ ਜਿਹੜੇ ਉਹਨਾਂ ਦੀ ਪਾਰਟੀ ਦੇ ਮੈਂਬਰਸ ਨੇ ਜਾਂ ਹਾਈ ਕਮਾਂਡ ਦੇ ਵਿੱਚ ਹੈਗੇ ਆ, ਉਹਨਾਂ ਦੇ ਜਿਹੜੀ ਟੌਪ ਦੀ ਜਿਹੜੀ ਲੀਡਰਸ਼ਿਪ ਆ, ਉਹਨਾਂ ਦੀ ਜਦੋਂ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਉਹਨਾਂ ਦਾ ਇਹ ਰੈਜਿਗਨੇਸ਼ਨ ਜਿਹੜਾ ਹੈਗਾ ਨਾ ਸਵੀਕਾਰ ਕਰ ਦਿੱਤਾ ਜਾਂਦਾ, ਅਨਐਕਸੈਪਟੇਬਲ ਕਰ ਦਿੱਤਾ ਜਾਂਦਾ। ਉਹ ਇੱਕ ਤਰੀਕੇ ਦਾ ਜਿਹੜਾ ਹੈ ਉਹਨਾਂ ਵੱਲੋਂ ਪੇਸ਼ਕਸ਼ ਵੀ ਕਰ ਦਿੱਤੀ ਜਾਂਦੀ ਹੈ, ਬਾਅਦ ਚ ਅਨਐਕਸੈਪਟੇਬਲ ਵੀ ਹੋ ਜਾਂਦਾ ਤੇ ਗੱਲ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ। ਲੇਕਿਨ ਕੁਐਸਚਨ ਜਿਹੜਾ ਹੈਗਾ ਉਹ ਇਸ ਗੱਲ ਦੇ ਉੱਤੇ ਚੁਣੌਤੀ ਦੇਣਗੇ ਕਿ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਸਬਮਿਟ ਕੀਤੀ ਆ ਇਹ ਸਾਰੀ ਸ਼ੈਮ ਆ, ਫਾਰਸ ਆ ਤੇ ਝੂਠੀ ਆ, ਮੈਨੂਫੈਕਚਰਡ ਹੈਗੀ ਆ, ਇਹਦੇ ਵਿੱਚ ਕੁਝ ਨਹੀਂ ਹੈਗਾ। ਇੱਕ ਵਿਚ ਹੰਟਿੰਗ ਹੈਗੀ ਆ, ਸਾਨੂੰ
ਇੰਪਲੀਕੇਟ ਜਿਹੜਾ ਹੈਗਾ ਉਹ ਪੋਲੀਟੀਕਲੀ ਜਾਣਬੁੱਝ ਕੇ ਕੀਤਾ ਗਿਆ ਹੈਗਾ। ਹੋ ਸਕਦਾ ਕਿ ਇਸ ਦੇ ਨਾਲ ਉਸ ਤੇ ਪੇਸ਼ ਹੋਣ ਤੋਂ ਬਾਅਦ ਉਹ ਕੁਐਸ਼ਨਿੰਗ ਆਫ ਜਿਹੜੀ ਹੈ ਇਨਵੈਸਟੀਗੇਸ਼ਨ ਰਿਪੋਰਟ ਉਸ ਦੇ ਲਈ ਹਾਈ ਕੋਰਟ ਦਾ ਰੁਖ ਵੀ ਕਰਨ ਤੇ ਇਸ ਗੱਲ ਦਾ ਯਤਨ ਕਰਨ ਕਿ ਇਹ ਜਿਹੜੀ ਜਿਸ ਤਰ੍ਹਾਂ ਪਹਿਲਾਂ ਵਾਲੀਆਂ ਰਿਪੋਰਟਸ ਜਿਹੜੀਆਂ ਸੀਗੀਆਂ ਇਨਵੈਸਟੀਗੇਸ਼ਨ ਦੀਆਂ ਉਹ ਮਾਨਯੋਗ ਹਾਈ ਕੋਰਟ ਨੇ ਜਿਹੜੀਆਂ ਸੀ ਅਸਵੀਕਾਰ ਕਰਤੀਆਂ ਸੀਗੀਆਂ, ਕੁਐਸ਼ ਕਰਤੀਆਂ ਸੀ, ਰੱਦ ਕਰਤੀਆਂ ਸੀ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚੋਂ ਗਰਾਊਂਡ ਲੱਭ ਕੇ ਲੀਗਲ ਲੈਕੂਨਾਸ ਲੱਭ ਕੇ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਇਹਨੂੰ ਚੁਣੌਤੀ ਦਿੱਤੀ ਜਾਵੇ ਤੇ ਇਹਦੀ ਕੁਐਸ਼ਨ ਜਿਹੜੀ ਹੈ ਅੰਡਰ ਜਿਹੜਾ ਹੈ ਸੈਕਸ਼ਨ 482 ਜਾਂ ਸੰਵਿਧਾਨਿਕ ਜਿਹੜੀ ਰਿਟ ਲਗਾਈ ਜਾਵੇ, ਇਸ ਨੂੰ ਕੁਐਸ਼ ਕੀਤਾ ਜਾਵੇ। ਇਸ ਪ੍ਰਕਾਰ ਦੀ ਮੂਵਮੈਂਟ ਜਿਹੜੀ ਆ ਉਹਨਾਂ ਦੀ ਜਿਹੜੀ ਲੀਗਲ ਟੀਮ ਆ ਉਹ ਸੋਚ ਸਕਦੀ ਹੈ ਕਿ ਇਸ ਪਾਸੇ ਵੱਲ ਨੂੰ ਵੀ ਜਾਇਆ ਜਾ ਸਕਦਾ ਤਾਂ ਕਿ ਜਿਹੜਾ ਹੈਗਾ ਉਹ ਗ੍ਰਿਫਤਾਰੀ ਤੋਂ ਵੀ ਬਚਿਆ ਜਾ ਸਕੇ ਔਰ ਜਿਹੜਾ ਉਹਨਾਂ ਦੇ ਉੱਤੇ ਇੱਕ ਹੈਂਗਿੰਗ ਸਪੋਰਟ ਹੈਗੀ ਆ ਇਨਵੈਸਟੀਗੇਸ਼ਨ ਰਿਪੋਰਟ ਦੀ ਉਸ ਨੂੰ ਹੀ ਅਗਰ ਕੁਐਸ਼ ਕਰ ਦਿੱਤਾ ਜਾਂਦਾ ਤਾਂ ਫਿਰ ਨੈਚੁਰਲੀ ਜਿਹੜਾ ਹੈਗਾ ਉਹਨਾਂ ਦਾ ਰਾਹ ਕਾਫੀ ਸੌਖਾ ਔਰ ਪੱਧਰਾ ਹੋ ਜਾਏਗਾ। ਜਗਮੋਹਨ ਸਿੰਘ ਜੀ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ ਸੀਬੀਆਈ ਕਾਰਵਾਈ ਕਰਦੀ ਹੈ ਸ਼ਰਾਬ ਘੁਟਾਲੇ ਦੇ। ਮਨੀਸ਼ ਸਿਸੋਦੀਆ ਵੀ ਅੰਦਰ ਚਲੇ ਜਾਂਦੇ ਨੇ, ਨਰਜੈਨ ਪਹਿਲਾਂ ਹੀ ਜਾ ਚੁੱਕੇ ਨੇ। ਇਹ ਸਾਰਾ ਉੱਥੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਂਦਰ ਸਰਕਾਰ ਸੀਬੀਆਈ ਦੀ ਦੁਰਵਰਤੋਂ ਕਰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੀ ਪੰਜਾਬ 'ਚ ਹੈ। ਇੱਥੇ ਪੰਜਾਬ 'ਚ ਜੇ ਰੌਲਾ ਪਾਉਂਦੇ ਨੇ ਕਿ ਵਿਜੀਲੈਂਸ ਦੀ ਦੁਰਵਰਤੋਂ ਹੁੰਦੀ ਹੈ, ਉੱਥੇ ਕਹਿੰਦੇ ਨਹੀਂ ਜੀ ਵਿਜੀਲੈਂਸ ਤਾਂ ਫ੍ਰੀ ਹੈਂਡ ਦੇ ਰੱਖਿਆ। ਇਹ ਸਿਆਸਤਦਾਨ ਡਬਲ ਕਿਉਂ ਖੇਡਦੇ ਨੇ? ਜੀ ਇਹ ਦੋਨੇ ਗੱਲਾਂ ਸੱਚ ਨੇ। ਇਹ ਸੀਬੀਆਈ ਜਿਹੜੀ ਹੈਗੀ ਆ ਉਹ ਸੈਂਟਰਲ ਗਵਰਨਮੈਂਟ ਦਾ ਜਿਹਨੂੰ ਕਹਿੰਦੇ ਆ ਪੈਰਾਟਾਈ ਨੇ ਕੇਜ, ਇੱਕ ਤੋਤਾ ਹੈਗਾ ਜਿਹੜਾ ਸੈਂਟਰ ਗਵਰਨਮੈਂਟ ਦੇ ਪਿੰਜਰੇ ਦੇ ਵਿੱਚ ਬੈਠਾ ਹੋਇਆ। ਇਸੇ ਤਰੀਕੇ ਨਾਲ ਕੱਲਾ ਪੰਜਾਬ ਵਿੱਚ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਵਿਜੀਲੈਂਸ ਨੇ, ਸਟੇਟ ਵਿਜੀਲੈਂਸ, ਉਹ ਸਟੇਟ ਗਵਰਨਮੈਂਟਸ ਦੇ ਅੰਡਰ ਨੇ। ਹੁਣ ਚਾਹੀਦਾ ਤਾਂ ਦੇਖੋ ਇਹ ਹੈਗਾ ਇਹ ਚੀਜ਼ਾਂ ਤਾਂ ਸਾਫ਼ ਹੋਣਗੀਆਂ, ਜਿਵੇਂ ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕਰ ਚੁੱਕੇ ਹਾਂ ਕਿ ਜਿੰਨੀ ਦੇਰ ਤੱਕ ਇਸ ਨੂੰ ਕਨਸਟੀਟਿਊਸ਼ਨਲ ਬਾਡੀਜ਼ ਨਹੀਂ ਬਣਾਇਆ ਜਾਂਦਾ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਇਹ ਐਲੀਗੇਸ਼ਨਸ, ਕਾਊਂਟਰ ਐਲੀਗੇਸ਼ਨਸ ਐਂਡ ਐਲੀਗੇਸ਼ਨਸ ਇਹ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ। ਇਹਨਾਂ ਦਾ ਕੋਈ ਨਿਪਟਾਰਾ ਨਹੀਂ ਹੋਏਗਾ। ਔਰ ਇਹ ਗੱਲ ਬਿਲਕੁਲ ਸੱਚ ਆ। ਤੁਸੀਂ ਇੱਕ ਚੀਜ਼, ਇਹ ਮੈਂ ਕਿਉਂ ਸੱਚ ਕਹਿ ਰਿਹਾ, ਜਿਹੜੇ ਪਹਿਲਾਂ ਵਾਲੇ ਸਾਡੇ ਚੀਫ ਡਾਇਰੈਕਟਰ ਵਿਜੀਲੈਂਸ ਸੀ ਮਿਸਟਰ BK ਉੱਪਲ ਜੀ, ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਉਹ 3-4 ਸਾਲ ਉਹਨਾਂ ਨੇ ਚੀਫ ਡਾਇਰੈਕਟਰ ਵਿਜੀਲੈਂਸ ਦੇ ਤੌਰ ਦੇ ਉੱਤੇ ਕੰਮ ਕੀਤਾ। ਉਸ ਤੋਂ ਬਾਅਦ ਹੁਣੇ ਪਤਾ ਲੱਗਿਆ ਕਿ ਉਹ ਆਪਣੀ ਸਾਰੀ ਜਾਇਦਾਦ ਵੇਚ ਕੇ ਬਾਹਰ ਚਲੇ ਗਏ। ਹੁਣ ਆਫਟਰ ਆਲ ਜਿਸ ਬੰਦੇ ਨੇ ਉਹਨਾਂ ਨੂੰ ਸਿਲੈਕਟ ਕੀਤਾ, ਉਸ ਪੋਸਟ ਦੇ ਲਈ ਅਪਾਇੰਟ ਕੀਤਾ, ਚਾਰਜ ਦਿੱਤਾ, ਉਸ ਪੋਸਟ ਤੇ ਟ੍ਰਾਂਸਫਰ ਕੀਤਾ, ਉਹ ਪੋਲੀਟੀਕਲ ਬੰਦਾ ਹੀ ਆ। ਤੇ ਫਿਰ ਜੇ ਉਸ ਪੋਲੀਟੀਕਲ ਬੰਦੇ ਦੀ ਜਾਇਦਾਦ ਦਾ ਵੇਰਵਾ ਉਹਨਾਂ ਨੇ ਨਿਰੀਖਣ ਕਰਨਾ ਹੋਵੇ, ਕਿਸ ਤਰ੍ਹਾਂ ਕਰਨਗੇ? ਹੁਣ ਵਾਲੇ ਜਿਹੜੇ ਮੰਨ ਲਓ ਕੋਈ ਵੀ ਏਜੰਸੀ 'ਚ ਲੱਗੇ ਹੋਏ ਨੇ ਇਨਵੈਸਟੀਗੇਸ਼ਨ, ਵਿਜੀਲੈਂਸ ਦੀ ਇਨਵੈਸਟੀਗੇਸ਼ਨ ਏਜੰਸੀ, ਜਿਹੜੇ ਵੀ ਆਫੀਸਰ ਤੈਨਾਤ ਨੇ, ਉਹਨਾਂ ਨੂੰ ਤੈਨਾਤ ਕਿਸ ਨੇ ਕੀਤਾ? ਉਹਨਾਂ ਨੂੰ ਤੈਨਾਤ ਪੋਲੀਟੀਕਲ ਐਗਜ਼ੈਕਟਿਵ ਨੇ ਕੀਤਾ ਨਾ। ਤਾਂ ਉਸ ਪੋਲੀਟੀਕਲ ਐਗਜ਼ੈਕਟਿਵ ਦੇ ਕੋਲੇ ਮੰਨ ਲਓ ਉਹਨਾਂ ਦੇ ਖਿਲਾਫ ਉਹ ਕਿਸ ਤਰ੍ਹਾਂ ਨਾਲ ਚਲੇ ਜਾਣਗੇ? ਜੋ ਪੋਲੀਟੀਕਲ ਐਗਜ਼ੈਕਟਿਵ ਉਹਨਾਂ ਦੇ ਕੋਲੋਂ ਚਾਹੂਗੀ ਉਹ ਕੌਨਸ਼ੀਅਸਲੀ ਔਰ ਅਨਕੌਨਸ਼ੀਅਸਲੀ ਉਸ ਦਿਸ਼ਾ ਵੱਲ ਨੂੰ ਕੰਮ ਕਰਨਾ ਉਹਨਾਂ ਦੀ ਮਜਬੂਰੀ ਹੋਏਗੀ, ਬੇਬਸ ਹੋਏਗੀ। ਲੇਕਿਨ ਜੇ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਸੁਤੰਤਰ ਸਾਡੀਆਂ ਏਜੰਸੀਜ਼ ਹੋਣ, ਇਨਵੈਸਟੀਗੇਸ਼ਨ ਏਜੰਸੀਜ਼, ਚਾਹੇ ਉਹ ਆਰਡੀਨਰੀ ਪੁਲਿਸ ਦੀਆਂ ਹੋਣ, ਚਾਹੇ ਵਿਜੀਲੈਂਸ ਦੀਆਂ ਹੋਣ, ਚਾਹੇ CBI ਦੀਆਂ ਹੋਣ, ਚਾਹੇ NIA ਦੀਆਂ ਹੋਣ, ਤਾਂ ਇੱਕੋ ਇੱਕ ਜਿਹੜਾ ਹੈਗਾ ਇਸ ਦਾ ਹੱਲ, ਪਰਮਾਨੈਂਟ ਹੱਲ ਇੱਕੋ ਇੱਕ ਜੇ ਕੋਈ ਹੈਗਾ, ਇਹਨਾਂ ਨੂੰ ਅਮੈਂਡਮੈਂਟ ਰਾਹੀਂ ਕਨਸਟੀਟਿਊਸ਼ਨਲ ਬਾਡੀਜ਼ ਬਣਾਉਣਾ ਪਏਗਾ। ਫਿਰ ਇਹ ਜਿਹੜਾ ਹੈਗਾ 70-80% ਸੁਤੰਤਰ ਕੰਮ ਕਰਨਗੇ। ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਨਸਟੀਟਿਊਸ਼ਨਲ ਬਾਡੀ ਆ, ਫਿਰ ਵੀ ਉਹ ਕਿੰਨਾ ਕੁ ਸੁਤੰਤਰ ਆ ਉਹ ਅਸੀਂ ਆਪਣੇ ਐਕਸਪੀਰੀਅੰਸ ਦੇ ਵਿੱਚ ਦੇਖਿਆ। ਲੇਕਿਨ ਉਹ ਉਹਨਾਂ ਵੀ ਥੱਲੇ ਨਹੀਂ ਹੈ ਜਿੰਨਾ ਕਿ ਸਟੈਚੂਟਰੀ ਬਾਡੀਜ਼ ਆਮ ਤੌਰ ਦੇ ਉੱਤੇ ਹੁੰਦੀਆਂ ਨੇ। ਇਸ ਕਰਕੇ ਇਹਨਾਂ ਨੂੰ ਅਮੈਂਡਮੈਂਟ ਰਾਹੀਂ ਕਨਸਟੀਟਿਊਸ਼ਨਲ ਬਾਡੀਜ਼ ਬਣਾਉਣਾ ਪਏਗਾ, ਸਟੇਟ ਵਿਜੀਲੈਂਸਿਸ ਨੂੰ ਵੀ ਐਂਡ ਸੈਂਟਰਲ ਦੀਆਂ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ। ਫਿਰ 70-80% ਇਹ ਸੁਤੰਤਰ ਰੂਪ ਦੇ ਵਿੱਚ ਕੰਮ ਕਰਨਗੀਆਂ, ਕਿਸੇ ਵੀ ਪੋਲੀਟੀਕਲ ਇਨਫਲੂਐਂਸ ਦੇ ਵਿੱਚ ਨਹੀਂ ਆਉਣਗੇ। ਸੁਰਿੰਦਰ ਜੀ, ਜਗਮੋਹਨ ਜੀ, ਸੁਮੇਧ ਸੈਣੀ, ਪਰਮਰਾਜ ਉਮਰਾ ਰੰਗਲ ਜੀ, ਚਰਨਜੀਤ ਸ਼ਰਮਾ, ਉੱਥੋਂ SHO ਕਈ, ਮਤਲਬ ਹੁਣ ਕੋਟਕਪੂਰਾ ਗੋਲੀकांड ਦੇਖੋ ਸਾਰੇ ਨਾਮਜ਼ਦ ਕੀਤੇ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਸਭ ਚੀਜ਼ਾਂ ਦੇਖ ਕੇ ਵੀ ਇੱਕ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਹ ਨਾ ਕਹਿਣੀ ਸਿੱਖ ਲੇਗਾ? ਘੱਟ ਤੋਂ ਘੱਟ ਇਹ ਤਾਂ ਉਹਨੂੰ ਲੱਗੇ ਕਿ ਮੈਂ ਨਾ ਕਹਿਣ ਦਾ, ਮੇਰੇ 'ਚ ਇੰਨੀ ਤਾਂ ਹਿੰਮਤ ਹੋਵੇ ਕਿ ਮੈਂ ਨਹੀਂ ਕਰਨਾ। ਮੈਨੂੰ ਪਤਾ ਹੈ ਕਿਉਂਕਿ ਜਿਹੜਾ ਉਸ ਟਾਈਮ ਸੀਟ ਤੇ ਬੈਠਾ ਹੁੰਦਾ ਹੈ ਉਹਨੇ ਤਾਂ ਉੱਥੇ ਉਹਦੀ ਨੌਕਰੀ ਤਾਂ 58 ਸਾਲ ਤੱਕ ਹੈ ਨਾ, ਸਰਕਾਰ ਦਾ 5 ਸਾਲ ਚੱਲਣੀ ਹੈ, ਮੇਰੀ ਨੌਕਰੀ 10 ਸਾਲ ਹਲੇ ਹੋਰ ਪਈ ਹੈ। ਤਾਂ ਸਰਕਾਰ ਤਾਂ ਬਦਲੀ ਜਾਊਗੀ। ਹੁਣ ਵੀ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ SDM ਨੂੰ ਅੱਗੇ ਕਰ ਦਿੱਤਾ ਗਿਆ, ਕਿਸ ਤਰੀਕੇ ਨਾਲ ਸਿਰਫ ਪੱਲਾ ਝਾੜ ਦਿੱਤਾ ਗਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਹਾਲਾਂਕਿ ਗ੍ਰਹਿ ਵਿਭਾਗ ਸੁਖਬੀਰ ਬਾਦਲ ਜੀ ਕੋਲ ਤੇ ਉਪ ਮੁੱਖ ਮੰਤਰੀ ਸੀਗੇ, ਤੇ ਹਾਲੇ ਵੀ ਉਹ ਲੌਬੀ ਹੈ ਜਿਹੜੇ EMPLOYEES ਨੇ ਜਿਹੜੇ, ਉਹ ਕਿਉਂ ਨਹੀਂ ਨਾ ਕਰਨੀ ਸਿੱਖਦੇ? ਕਿਉਂ ਸਿਰਫ ਸਰਕਾਰ ਦੀ ਯੈਸ ਬੌਸ ਵਾਲਾ ਕੰਮ ਰਹਿ ਜਾਂਦਾ?
ਮੈਂ ਦੱਸਦਾ ਜੀ ਕਿ ਜਿੰਨੇ ਵੀ ਲੋਅਰ ਲੈਵਲ ਦੇ ਆਫੀਸਰਸ ਨੇ ਜਾਂ ਪੀਸੀਐਸ ਆਫੀਸਰਸ ਨੇ ਜਾਂ ਆਈਏਐਸ ਨੇ ਜਾਂ ਆਈਪੀਐਸ ਨੇ ਜਾਂ ਡੀਐਸਪੀ ਹੈ ਜਾਂ ਐਸਐਸਪੀ ਆ ਜਾਂ ਆਈਜੀ ਨੇ, ਦੇਖੋ ਇੱਕ ਤਾਂ ਜਿੰਨੀ ਦੇਰ ਤੱਕ ਸਾਡੇ ਅੰਦਰ ਇਹ ਲਾਲਸਾ ਨਹੀਂ ਜਾਏਗੀ ਕਿ ਸਾਨੂੰ ਪਲੰਬ ਪੋਸਟਾਂ ਚਾਹੀਦੀਆਂ ਨੇ, ਸਾਨੂੰ ਬੜੀਆਂ ਜਿਹੜੀਆਂ ਨੇ ਨਾ ਲਕਰੇਟਿਵ ਕਿਸਮ ਦੀਆਂ ਪੋਸਟਾਂ ਚਾਹੀਦੀਆਂ ਨੇ। ਲਕਰੇਟਿਵ ਕਿਸਮ ਦੀਆਂ ਪੋਸਟਾਂ ਦਾ ਮਤਲਬ ਕੀ ਆ ਪ੍ਰੈਕਟੀਕਲੀ, ਕਿ ਜਿਹਦੇ ਵਿੱਚ ਜਿਹੜੀ ਹੈ ਤੁਹਾਡੇ ਕੋਲੇ ਪੈਸੇ ਕਮਾਉਣ ਦੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਸਕ੍ਰਪਲਸ ਚੀਜ਼ਾਂ ਦਾ ਸਕੋਪ ਆ ਜਿੱਥੇ ਜਾਦੇ, ਉਹੀ ਡਿਸਟ੍ਰਿਕਟਸ ਨੇ, ਉਹੀ ਸਾਰੀਆਂ ਜਿਹੜੀਆਂ ਪਲੰਬ ਪੋਸਟਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਅਨਫਿਟਡ ਜਿਹੜੀ ਪਾਵਰ ਆ ਉਸ ਨੂੰ ਐਕਸਰਸਾਈਜ਼ ਕਰ ਸਕਦੇ ਹੋ, ਜਿਹਦੇ ਵਿੱਚ ਡਿਸਕ੍ਰਿਸ਼ਨ ਜ਼ਿਆਦਾ ਨੇ ਜਾਂ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਿਹੜਾ ਪੋਲੀਟੀਕਲ ਕਲਾਊਟਿੰਗ ਆ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਅਪਲਾਈਜ਼ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਨੇ। ਜੇ ਕੋਈ ਬੰਦਾ ਸਧਾਰਨ ਜਾਂ ਆਮ ਮੁਲਾਜ਼ਮ ਉਹਨਾਂ ਦੀਆਂ ਗੱਲਾਂ ਨੂੰ ਇਨਕਾਰ ਕਰ ਦਿੰਦਾ ਤਾਂ ਉਹਦੇ ਤੇ ਕਈ ਤਰ੍ਹਾਂ ਦੀਆਂ ਚਾਰਜਸ਼ੀਟਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਇਹ ਦਿਸ ਇਜ਼ ਏ ਪ੍ਰੈਕਟੀਕਲ ਰਿਐਲਿਟੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਬਹੁਤ ਸਾਰਿਆਂ ਨੂੰ ਡਿਸਮਿਸ ਵੀ ਕਰ ਦਿੱਤਾ ਜਾਂਦਾ, ਬਹੁਤ ਸਾਰਿਆਂ ਦੇ ਉੱਤੇ ਜਿਹੜਾ ਹੈ ਕਈ ਪ੍ਰਕਾਰ ਦੇ ਹਮਲੇ ਵੀ ਕਰਵਾ ਦਿੱਤੇ ਜਾਂਦੇ ਨੇ। ਨਿਊਟਰਲ ਰਹਿਣਾ, ਸੁਤੰਤਰ ਰਹਿਣਾ, ਆਪਣੀ ਰਾਏ ਰੱਖਣਾ ਇਹ ਕੋਈ ਬਹੁਤ ਸੌਖਾ ਕੰਮ ਨਹੀਂ ਹੈ। ਉਹਨੂੰ ਥਰੂ ਆਊਟ ਲਾਈਫ ਉਹ ਕੰਮ ਕਰਨ ਤੋਂ ਬਾਅਦ ਹਮੇਸ਼ਾ ਟੋ ਤੇ ਰਹਿਣਾ ਪਏਗਾ, ਅੰਡਰ ਸਟ੍ਰੈਸ ਰਹਿਣਾ ਪਏਗਾ। ਤੁਹਾਡੀ ਸਾਰੀ ਫੈਮਿਲੀ ਜਿਹੜੀ ਹੈ ਉਹ ਸਟ੍ਰੈਸ ਦੇ ਵਿੱਚ ਹੋ ਜਾਏਗੀ। ਇਹੋ ਜਿਹਾ ਇੱਕ ਕੇਸ ਤੁਹਾਨੂੰ ਯਾਦ ਹੋਏਗਾ, ਸ਼ਿਵ ਕੁਮਾਰ ਸ਼ਰਮਾ ਜਿਹੜੇ ਐਸਐਸਪੀ ਵਿਜੀਲੈਂਸ ਪਟਿਆਲਾ ਸੀ, ਉਹਦੇ ਨਾਲ ਮੋਹਨ ਸਿੰਘ ਇੱਕ ਪਟਵਾਰੀ ਸੀ, ਉਸ ਨੂੰ ਜਿਸ ਤਰੀਕੇ ਦੇ ਨਾਲ ਥਰੂ ਆਊਟ ਲਾਈਫ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਅੱਗ ਦੇ ਵਿੱਚ ਝੋਕਣਾ ਪਿਆ ਤੇ ਕਿੰਨੀ ਸਟ੍ਰੈਸ ਦੇ ਵਿੱਚ ਟੋਟਲ ਜ਼ਿੰਦਗੀ ਲੰਘੀ ਉਹਨਾਂ ਦੀ, ਤੇ ਕਿਵੇਂ ਉਸਨੇ ਸਾਰਾ ਕੁਝ ਫੇਸ ਕੀਤਾ ਹੋਊਗਾ, ਉਹ ਸਾਰਾ ਕੁਝ ਅਸੀਂ ਜਾਣਦੇ ਹਾਂ। ਇਸ ਕਰਕੇ ਬਹੁਤ ਸਾਰੇ ਇੰਪਲਾਈ ਐਸੇ ਹੈਗੇ ਆ, ਓਨੈਸਟ ਹੈਗੇ, ਜਿਹੜੇ ਚਾਹੁੰਦੇ ਆ ਕਿ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ, ਲੇਕਿਨ ਦਬਾਅ ਹੈ ਇੱਕ ਉੱਪਰਲੇ ਅਫਸਰਾਂ ਦਾ। ਹੁਣ ਮੰਨ ਲਓ ਕੋਈ ਕੰਮ ਐਸਾ ਹੈਗਾ ਜਿਹਦੇ ਵਿੱਚ ਆਈਐਸ ਆਫੀਸਰ ਜਿਹੜਾ ਉਹਦਾ ਸੈਕਟਰੀ ਆ, ਉਹੀ ਜਿਹੜਾ ਹੈਗਾ ਉਸ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਅਨਪ੍ਰਿੰਸੀਪਲਡ ਚੀਜ਼ਾਂ ਦੇ ਵਿੱਚ ਪਾ ਸਕਦਾ, ਇਸ ਤਰ੍ਹਾਂ ਦੇ ਸਟ੍ਰੈਸਿਸ ਦੇ ਵਿੱਚ ਪਾ ਸਕਦਾ। ਬਹੁਤ ਸਾਰੇ ਲੋਕ ਆਤਮ ਹੱਤਿਆ ਵੀ ਕਰ ਜਾਂਦੇ ਆ ਇਸ ਤਰ੍ਹਾਂ ਦੇ ਉਹਦੇ ਵਿੱਚ। ਉਹ ਇਹ ਕੰਮ ਸੌਖਾ ਨਹੀਂ ਹੈ। ਬਹੁਤ ਸਾਰਿਆਂ ਦੇ ਉੱਤੇ ਜਿਹੜੇ ਆ ਝੂਠੇ ਜਿਹੇ ਕੇਸ ਲਗਾ ਦਿੱਤੇ ਜਾਂਦੇ ਆ ਕਿਸੇ ਪ੍ਰਕਾਰ ਦੇ, ਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਟ੍ਰਾਇਲ ਜਿਹੜੇ ਆ ਉਹਨਾਂ ਨੂੰ ਫੇਸ ਕਰਨੇ ਪੈਂਦੇ ਆ। ਜਾਂ ਓਨੈਸਟ ਬੰਦੇ ਨੂੰ ਦੇ ਉੱਤੇ ਡਿਸਓਨੈਸਟੀ ਦਾ ਚਾਰਜ ਜਿਹੜਾ ਹੈ ਲਗਾ ਕੇ ਉਸ ਨੂੰ ਬੜੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਫੇਸ ਕਰਨੀਆਂ ਪੈਂਦੀਆਂ ਨੇ। 3-4 ਸਾਲਾਂ ਬਾਅਦ ਉਹਨਾਂ ਦੀ ਇਕੁਇਟਲ ਹੋ ਜਾਂਦੀ ਹੈ, ਚਾਹੇ ਡਿਪਾਰਟਮੈਂਟਲ ਇਨਕੁਆਇਰੀ ਹੈ, ਚਾਹੇ ਕੋਈ ਕ੍ਰਿਮੀਨਲ ਕੇਸ ਦੇ ਵਿੱਚ ਆ, ਲੇਕਿਨ ਉਹਨਾਂ ਦਾ 15 ਸਾਲ ਦਾ ਕੈਰੀਅਰ ਤਬਾਹ ਕਰ ਦਿੱਤਾ ਜਾਂਦਾ। ਇਹ ਆਈਐਸ ਆਫੀਸਰ ਵੀ ਕਰਦੇ ਆ, ਆਈਪੀਐਸ ਆਫੀਸਰ ਵੀ ਕਰਦੇ ਆ, ਤੇ ਹੋਰ ਜਿਹੜੇ ਅਫਸਰ ਨੇ ਜਿਹੜੇ ਪੀਸੀਐਸ ਲੈਵਲ ਦੇ ਜਾਂ ਹੋਰ ਦੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਜੇ ਉਹਨਾਂ ਦੀ ਲਾਈਨ ਦੇ ਉੱਤੇ ਨਹੀਂ ਚੱਲੋ। ਸੋ ਉਹਨਾਂ ਦੇ ਉੱਤੇ ਰਾਜਨੀਤਿਕ ਦਬਾਅ ਹੁੰਦਾ, ਉਹ ਨਿਚਲੇ ਆਫੀਸਰਸ ਦੇ ਉੱਤੇ ਦਬਾਅ ਪਾ ਦਿੰਦੇ ਆ। ਨਿਚਲੇ ਬੰਦੇ ਤੋਂ ਲੈ ਕੇ ਅਪ ਟੂ ਟੌਪ ਲੈਵਲ ਤੱਕ ਸਾਰਿਆਂ ਨੂੰ ਜਿਹੜਾ ਹੈ ਇੱਕ ਲਾਈਨ ਦੇ ਵਿੱਚ ਚੱਲਣਾ ਪੈਂਦਾ। ਜਿਹੜਾ ਮਨਕਾ ਸਾਈਡ ਦੇ ਉੱਤੇ ਹੋਏਗਾ ਉਹ ਸਦਾ ਦੇ ਲਈ ਜਿਹੜਾ ਹੈਗਾ ਪਰੇਸ਼ਾਨੀਆਂ ਦੇ ਵਿੱਚ ਜਿਹੜਾ ਹੈਗਾ ਆਪਣਾ ਸਫ਼ਰ ਗੁਜ਼ਾਰੇਗਾ। ਜਗਮੋਹਨ ਸਿੰਘ ਜੀ, ਗੱਲ ਤੁਹਾਨੂੰ ਯਾਦ ਹੋਣਾ ਹੈ ਕਿਉਂਕਿ ਇਸੇ ਨਾਲ ਰਿਲੇਟਿਡ ਮੈਨੂੰ ਕੱਲ ਦਾ ਬਿਆਨ ਯਾਦ ਆ ਗਿਆ। ਬਲਕੌਰ ਸਿੰਘ ਜੀ ਦਾ ਬਿਆਨ ਕੀ ਸੀ? ਕਹਿੰਦੇ ਕਿ 1.25 ਕਰੋੜ ਰੁਪਇਆ ਮੇਰਾ ਪੁੱਤ ਇੱਕ ਸ਼ੋਅ ਦਾ ਲੈਂਦਾ ਸੀ, ਉਹਨੂੰ ਹਟਾਇਆ ਗਿਆ ਹੈ। ਤੇ ਨਾਲ ਇਹ ਵੀ ਧਾਲੀਵਾਲ ਨੂੰ ਕਹਿੰਦੇ ਨੇ, ਕੁਲਦੀਪ ਧਾਲੀਵਾਲ ਨੂੰ, ਕਿ ਇੱਥੇ ਮੀਡੀਆ ਬੈਠੀ ਹੈ, ਮੇਰੇ ਅੰਦਰ ਬਹੁਤ ਕੁਛ ਹੈ ਜਿਹੜਾ ਮੈਂ ਦੱਸਦਾ। ਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੇਰਾ ਹਾਰਟ ਦਾ ਮੈਂ ਪੇਸ਼ੈਂਟ ਹਾਂ, ਮੇਰਾ ਕੋਈ ਪਤਾ ਨਹੀਂ ਮੈਂ ਇੱਥੋਂ ਕਦੋਂ ਦੁਨੀਆ ਤੋਂ ਚੱਲ ਜਾ, ਪਰ ਵੀ ਉਹ ਕਾਰਵਾਈ ਨਹੀਂ ਹੋ ਰਹੀ। ਕਿ ਜਿਹੜਾ ਖੱਚਾ ਤੁਸੀਂ ਕਹਿ ਰਹੇ ਹੋ ਲੰਬੀ ਕਾਰਵਾਈ, ਪ੍ਰੈਸ਼ਰ, ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਵੀ ਕੋਈ ਪ੍ਰੈਸ਼ਰ ਹੈਗਾ ਹਾਲੇ ਵੀ, ਵੀ ਉਹ ਪੁਲਿਸ ਦੀ ਵੀ ਕਾਰਵਾਈ ਉਸ ਤਰੀਕੇ ਨਾਲ ਨਹੀਂ ਹੋ ਰਹੀ? ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇਨਵੈਸਟੀਗੇਸ਼ਨ ਆਫੀਸਰ ਸੀ ਜਿਹੜਾ ਆਈਓ ਸੀ, ਉਹ ਜਿਸ ਤਰੀਕੇ ਦੇ ਨਾਲ ਇੱਕ ਬੰਦੇ ਨੂੰ ਉਸਨੇ ਆਪਣੀ ਕਸਟਡੀ ਦੇ ਵਿੱਚੋਂ ਭੱਜ ਗਿਆ ਸੀਗਾ, ਉਸ ਤੋਂ ਤਾਂ ਇਹ ਲੱਗਦਾ ਵੀ ਕਮ ਸੇ ਕਮ ਉਨੀ ਜ਼ਿੰਮੇਵਾਰੀ ਦੇ ਨਾਲ, ਉਨੀ ਸਿੰਸੈਰਿਟੀ ਦੇ ਨਾਲ, ਉਨੀ ਪ੍ਰਤੀਬੱਧਤਾ ਦੇ ਨਾਲ ਇਨਵੈਸਟੀਗੇਸ਼ਨ ਏਜੰਸੀਆਂ ਕੰਮ ਨਹੀਂ ਕਰ ਰਹੀਆਂ ਜਿੰਨੀਆਂ ਇਸ ਕੇਸ ਦੇ ਵਿੱਚ ਲੱਗਦਾ ਸੀਗਾ ਕਿ ਇੰਨੀ ਪ੍ਰਤੀਨਿਧਤਾ ਦੇ ਨਾਲ, ਇੰਨੀ ਜਿਹੜੀ ਕਮਿਟਮੈਂਟ ਦੇ ਨਾਲ ਕੰਮ ਕਰਨਗੀਆਂ। ਉਹਦਾ ਕੇਸ ਜਿਹੜਾ ਹੈ ਅਲੱਗ ਚੱਲਦਾ, ਕਸਟਡੀ ਦੇ ਵਿੱਚੋਂ ਭੱਜੇ ਹੋਣ ਦਾ, ਭਾਵੇਂ 10-15 ਦਿਨਾਂ ਬਾਅਦ ਉਸਨੂੰ ਦੁਬਾਰੇ ਫੜ ਲਿਆ ਗਿਆ, ਲੇਕਿਨ ਉਹ ਭੱਜੇ ਹੀ ਕਿਉਂ? ਇਸ ਤੋਂ ਇਹ ਲੱਗਦਾ ਕਿ ਇਸ ਕੇਸ ਨੂੰ ਸ਼ਾਇਦ ਉਨੀ ਪ੍ਰਤੀਬੱਧਤਾ ਦੇ ਨਾਲ ਨਹੀਂ ਜਿਹੜਾ ਇਨਵੈਸਟੀਗੇਸ਼ਨ ਏਜੰਸੀਆਂ ਨੇ ਲਿਆ। ਪਰ ਕਿਉਂ ਨਹੀਂ ਲਿਆ ਪ੍ਰਤੀਬੱਧਤਾ ਦੇ ਨਾਲ? ਇਹ ਬਹੁਤ ਸਾਰੀਆਂ ਹਿਡਨ ਚੀਜ਼ਾਂ ਨੇ ਜਿਨ੍ਹਾਂ ਦੀ ਜਿਹੜੀ ਹੈ ਤਫਤੀਸ਼ ਜਿਹੜੀ ਹੈਗੀ ਆ ਇੱਕ ਹੋਰ ਏਜੰਸੀ ਵੱਲੋਂ, ਚਾਹੇ ਉਹ ਜਿਹੜੀ ਬਾਅਦ ਦੇ ਵਿੱਚ ਜਿਨ੍ਹਾਂ ਨੇ ਭਜਾਇਆ ਸੀ ਉਹ ਸਬ ਇੰਸਪੈਕਟਰ ਨੇ, ਉਹਦੀਆਂ ਜਿਹੜੀਆਂ ਕਰ ਰਹੀਆਂ ਹੋਣਗੀਆਂ ਵੀ ਕਿਉਂ ਪ੍ਰਤੀਬੱਧ ਨਾਲ। ਇਹ ਤਾਂ ਸਟੇਟ ਜਵਾਬ ਦੇਵੇ ਇਸ ਗੱਲ ਦਾ ਕਿ ਇੰਨੀ ਪ੍ਰਤੀਬੱਧਤਾ ਦੇ ਨਾਲ ਜੇ ਕੰਮ ਕੀਤਾ ਹੁੰਦਾ ਬੰਦਾ ਭੱਜ ਕਿਵੇਂ ਗਿਆ ਉਹ। ਤੋਂ ਇਹ ਗਿਲਾ ਉਹਨਾਂ ਦਾ ਹੋ ਸਕਦਾ, ਮਲਾਲ ਇਹ ਹੋ ਸਕਦਾ ਕਿ ਜਿੰਨਾ ਸਾਨੂੰ ਉਮੀਦ ਸੀ, ਜਿੰਨੇ ਜਜ਼ਬਾਤ ਸੀ ਸਾਡੇ, ਜਿੰਨੀ ਸਟੇਟ ਤੋਂ ਉਮੀਦ ਸੀ ਕਿ ਇੰਨੀ ਪ੍ਰਤੀਬੱਧਤਾ ਦੇ ਨਾਲ ਉਹ ਕੰਮ ਕਰਨਗੀਆਂ, ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਅਲੱਗ ਕਰ ਦੇਣਗੀਆਂ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਸਟਡੀ ਦੇ ਵਿੱਚੋਂ ਬੰਦਾ ਭੱਜਿਆ, ਉਸ ਤੋਂ ਉਹਨਾਂ ਦਾ ਇਹ ख्वाब ਜਿਹੜਾ ਸੀ, ਇਹ ਸੁਪਨਾ ਜਿਹੜਾ ਸੀ, ਉਹ ਜ਼ਰੂਰ ਚਕਨਾਚੂਰ ਹੋਇਆ ਹੋਊਗਾ। ਉਸੇ ਦੇ ਵਿੱਚੋਂ ਉਹਨਾਂ ਨੂੰ ਲੱਗਦਾ
ਕਿ ਸ਼ਾਇਦ ਸਾਨੂੰ ਇਨਸਾਫ ਮਿਲਣ ਦੀ ਬਹੁਤੀ ਉਮੀਦ ਨਹੀਂ ਹੈ। ਇਸੇ ਕਰਕੇ ਉਹ ਵਿਧਾਨ ਸਭਾ ਦੇ ਬਾਹਰ ਆਪਣਾ ਜਿਹੜਾ ਹੈ ਮਲਾਲ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੇ ਹੋਏ ਹੋਣਗੇ। ਸੁਰਿੰਦਰ ਜੀ, ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਧੰਨਵਾਦ ਸਰ। ਇਹ ਸੀ ਪ੍ਰੋਫੈਸਰ ਜਗਮੋਹਨ ਸਿੰਘ ਜੀ ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਦਾ ਵਿੱਚ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।